बिघ्नन के नासक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम किरपाला, वाहिगुरु परम किरपाला। श्री गुरु गोबिंद सिंह बिसाला, तरों तरा पर पुन पुन सीसा, वाहिगुरु पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों करे अनुराग। एकंकारा सतगुरु तेह प्रसाद सच होए। वाहिगुरु जी की फतेह। विघ्न विनाशन सोए। हाँ जी, दोहरा। सतनाम श्री वाहिगुरु जी दोहरा। श्री गुरु अंगद की सुता, बीबी अमरो नाम। भगत धार बप आपनो, उपजी सतगुर धाम। श्री गुर अंगद की सुता, बीबी अमरो नाम। सच्चे पातशाह गरीब नवाज दीन दुनिया दे मालिक, दीन दुनिया दे मालिक, चबर छतर तखत दे मालिक, समरथ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख सबरूप सच्चे पातशाह, धन धन सच्चे पातशाह गरीब नवाज अंतरजामी, दासां गरीबां सिखां सेवकां दी सदा इज्जत रखण वाले, पत रखण वाले, धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार नाल सारी संगत दोवें हाथ जोड़ के गज के उचारण करो जी, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सच्चे पातशाह जी दी महान पवित्र पावन हाजरी विखे सुभाएमान संगत जी, आप जी बड़े ही प्यार नाल सतगुरु जी दी पवित्र पावन हाजरी विच सज के बीबियां दे जत्थे पासों गुरबाणी जी दा पवित्र कीर्तन सरवण कर रहे सीगे। धुर की बाणी आई तिन सगली चिंत मिटाई। इस जगत विच गुरबाणी दा बहुत वड्डा प्रताप है। गुरबाणी पढ़न वाले सिख दियां सब चिंतावां दूर हो जांदियां हन। ਇਹ ਸ਼ਬਦ ਆਪ ਜੀ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਸੀਗੇ। ਜੋੜੋ ਦੋਵੇਂ ਹੱਥ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੜੀਵਾਰ ਕਥਾ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਜੀ ਦੀ ਧਰਤੀ ਤੇ ਬਿਰਾਜਮਾਨ ਹਨ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਦੇ ਵਿੱਚ ਹੀ ਭਾਈ ਸੰਤੋਖ ਸਿੰਘ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕਥਾ ਬਿਆਨ ਕਰਦੇ ਹਨ। ਸੋ ਅੱਜ ਕੱਲ੍ਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਘਰ ਵਿੱਚ ਕਿਵੇਂ ਆਏ, ਕਿਵੇਂ ਸੇਵਾ ਕੀਤੀ ਤੇ ਮਹਾਨ ਪਦਵੀ ਤੇ ਪਹੁੰਚੇ, ਉਹ ਕਥਾ ਚੱਲ ਰਹੀ ਹੈ। ਹਜ਼ੂਰ ਮਹਾਰਾਜ ਗਰੀਬ ਨਵਾਜ ਖਡੂਰ ਸਾਹਿਬ ਦੀ ਧਰਤੀ ਤੇ ਨੇ। ਬਾਬਾ ਅਮਰਦਾਸ ਜੀ ਆਪਣੇ ਘਰ ਵਿੱਚ ਹੀ ਹਨ। ਕਿਵੇਂ ਕਿਵੇਂ ਸਾਧ ਸੰਗਤ ਦੀ ਆਪ ਜੀ ਨੇ ਸੁਣਿਆ 19 ਵਾਰ ਗੰਗਾ ਜੀ ਦੀ ਯਾਤਰਾ ਕੀਤੀ। ਦੁਰਗਾ ਦਾਸ ਸਾਧੂ ਮਿਲਿਆ, ਉਹਨੇ ਪਦਮ ਪਛਾਣ ਕੇ ਆਖਿਆ ਵੀ ਜਦੋਂ ਮਹਾਨ ਪਦਵੀ ਤੁਹਾਨੂੰ ਪ੍ਰਾਪਤ ਹੋਏਗੀ ਉਦੋਂ ਮੈਂ ਤੁਹਾਡੇ ਕੋਲੋਂ ਦੀਕਸ਼ਾ ਮੰਗਾਂਗਾ, ਦਕਸ਼ਣਾ ਮੰਗਾਂਗਾ। ਫਿਰ ਤੁਸੀਂ ਸੁਣਿਆ ਇੱਕ ਬ੍ਰਹਮਚਾਰੀ ਸਾਧੂ ਮਹਾਰਾਜ ਦੇ ਨਾਲ ਯਾਤਰਾ ਕਰਦਾ ਕਰਦਾ ਉਹਨਾਂ ਦੇ ਘਰ ਪਹੁੰਚਿਆ। ਰਾਤ ਨੂੰ ਚੁਬਾਰੇ ਵਿੱਚ ਮੰਜੇ ਡਾਏ ਗਏ। ਇੱਕ ਮੰਜੇ ਤੇ ਬ੍ਰਹਮਚਾਰੀ ਸਾਧੂ ਸੱਜ ਗਿਆ, ਦੂਸਰੇ ਤੇ ਬਾਬਾ ਅਮਰਦਾਸ ਜੀ ਸੱਜ ਗਏ। ਗੱਲਾਂ ਬਾਤਾਂ ਚੱਲੀਆਂ। ਗੱਲਾਂ ਬਾਤਾਂ ਜਦੋਂ ਬਚਨ ਵਿਲਾਸ ਚੱਲੇ ਤੇ ਉਸ ਬ੍ਰਹਮਚਾਰੀ ਸਾਧੂ ਨੇ ਪੁੱਛਿਆ, ਅਮਰਦਾਸ ਜੀ ਤੁਹਾਡਾ ਸੁਭਾਅ ਬੜਾ ਵਧੀਆ ਹੈ, ਦੱਸੋ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਹਨੂੰ ਆਪਣਾ ਗੁਰੂ ਧਾਰਨ ਕੀਤਾ ਹੈ? ਤੇ ਉਸ ਸਮੇਂ ਬਾਬਾ ਅਮਰਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਭਾਈ ਜੀ ਮੈਂ ਅਜੇ ਪੂਰਨ ਗੁਰੂ ਦੀ ਤਲਾਸ਼ ਵਿੱਚ ਹਾਂ, ਮੈਨੂੰ ਪੂਰਾ ਗੁਰੂ ਨਹੀਂ ਮਿਲਿਆ ਅਜੇ ਤੱਕ। ਪਿਆਰਿਓ, ਜੋ ਉਸ ਮਨੁੱਖ ਨੇ ਅੱਗੋਂ ਗੱਲਾਂ ਕੀਤੀਆਂ ਉਹ ਵੀ ਕੱਲ ਆਪ ਜੀ ਨੇ ਸਰਵਣ ਕੀਤੀਆਂ। ਗੱਜ ਕੇ ਆਖੋ ਵਾਹਿਗੁਰੂ। ਕਿ ਮੈਂ ਤੇ ਇੱਕ ਉਸ ਵਿਅਕਤੀ ਦੀ ਸੰਗਤ ਕਰ ਲਈ ਜਿਹਨੇ ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ। ਮੇਰਾ ਜਪ ਤਪ ਭਜਨ ਬੰਦਗੀ ਯਾਤਰਾ ਨੇਮ ਧਰਮ ਸਭ ਕੁਝ ਹੀ ਵਿਅਰਥ ਹੋ ਗਿਆ। ਉਹ ਉਸੇ ਸਮੇਂ ਹੀ ਉੱਥੋਂ ਚਲੇ ਗਿਆ, ਰਾਤ ਨਹੀਂ ਰਿਹਾ। ਇਹ ਗੱਲ ਬਾਬਾ ਅਮਰਦਾਸ ਜੀ ਦੇ ਸੀਨੇ ਤੇ ਜਾ ਵੱਜੀ ਜੀ। ਇੱਕ ਗੱਲ ਚੇਤਾ ਰੱਖਿਓ, ਕਥਾ ਕੀਰਤਨ ਬਹੁਤ ਲੋਕ ਸੁਣਦੇ ਆ, ਪਰ ਜਿਨ੍ਹਾਂ ਦੀ ਬੰਦਗੀ ਹੁੰਦੀ ਹੈ ਨਾ, ਜਿਨ੍ਹਾਂ ਦੇ ਪੁੰਨ ਹੁੰਦੇ ਆ, ਕਥਾ ਕੀਰਤਨ ਉਹਨਾਂ ਦੇ ਮਨ ਉੱਤੇ ਅਸਰ ਕਰਨ ਲੱਗ ਪੈਂਦਾ ਹੈ ਜੀ। ਸਾਰਿਆਂ ਦੇ ਮਨ ਉੱਤੇ ਕਥਾ ਕੀਰਤਨ ਅਸਰ ਨਹੀਂ ਜੇ ਕਰਦਾ, ਇਹ ਗੱਲ ਪੱਕੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਉਹਨਾਂ ਦੇ ਮਨ ਤੇ ਗੱਲਾਂ ਅਸਰ ਕਰ ਜਾਂਦੀਆਂ। ਬਾਬਾ ਅਮਰਦਾਸ ਜੀ ਨੇ ਵਿਚਾਰ ਕੀਤੀ, ਮੈਂ ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ। ਸਾਰੀ ਰਾਤ ਬੈਰਾਗ ਕਰਦੇ ਰਹੇ। ਅਗਲਾ ਦਿਨ ਚੜ੍ਹਿਆ, ਉਦੋਂ ਵੀ ਬੈਰਾਗ ਕਰਦੇ ਰਹੇ। ਅਗਲੀ ਰਾਤ ਆ ਗਈ, ਉਦੋਂ ਵੀ ਬੈਰਾਗ ਕਰਦੇ ਰਹੇ। ਮਨਾ ਮੈਂ ਬਜ਼ੁਰਗ ਹੋ ਗਿਆ, ਪਰ ਮੈਂ ਅਜੇ ਗੁਰੂ ਹੀ ਨਹੀਂ ਧਾਰਨ ਕੀਤਾ। ਪਿਆਰਿਓ, 60 ਸਾਲ ਤੋਂ ਵੱਧ ਉਮਰ ਸੀਗੀ ਜਦੋਂ ਦਾ ਇਹ ਪ੍ਰਸੰਗ ਹੈ। ਬਸ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਉਹ ਬੇਨਤੀ ਕਰਕੇ ਲੜੀਵਾਰ ਕਥਾ ਆਰੰਭ ਕਰਾਂਗਾ। ਜਿਸ ਨੇ ਅਜੇ ਗੁਰੂ ਧਾਰਨ ਨਹੀਂ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਪੰਜਾਂ ਦੇ ਅੱਗੇ ਹੱਥ ਨਹੀਂ ਜੋੜੇ, ਬੁੱਕ ਨਹੀਂ ਕੀਤਾ, ਉਹ ਪੰਜਾਂ ਦੇ ਅੱਗੇ ਪੇਸ਼ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਵੇ ਜੀ। ਚੇਤਾ ਰੱਖਿਓ ਪਿਆਰਿਓ, ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਬੰਦੇ ਦੇ ਹੱਥੋਂ ਕੁਝ ਖਾਣ ਨਾਲ ਧਰਮ ਭ੍ਰਿਸ਼ਟ ਹੋ ਜਾਂਦਾ ਜੀ। ਰਹਿਤਨਾਮਿਆਂ ਦੇ ਬੋਲ ਸੁਣੋ, ਰਹਿਤਨਾਮਿਆਂ ਦੇ ਜਿਹੜੇ ਸਾਡੇ ਰਹਿਤਨਾਮੇ ਹੈ, ਗੁਰਸਿੱਖਾਂ ਨੇ ਲਿਖੇ ਵੀ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਮੈਂ ਇੱਕੋ ਬੋਲ ਕਹਿ ਕੇ ਆਪਾਂ ਕਥਾ ਆਰੰਭ ਕਰਨੀ ਹੈ। ਰਹਿਤਨਾਮਿਆਂ ਦੇ ਬੋਲ ਨੇ, ਜਾਂ ਕੀ ਰਹਿਤ ਨਾ ਜਾਣੀਐ ਹਰ ਨਾਮ ਨਾਹੀ ਹੈ ਬਸਾਏ। ਜਿਸ ਬੰਦੇ ਦੀ ਰਹਿਤ ਬਹਿਤ ਦਾ ਨਹੀਂ ਤੁਹਾਨੂੰ ਪਤਾ, ਉਹਦੇ ਗੁਰੂ ਦਾ ਨਹੀਂ ਪਤਾ। ਜਿਸ ਮਨੁੱਖ ਦੀ ਰਹਿਤ ਦਾ ਨਹੀਂ ਪਤਾ, ਉਹਦੇ ਜੀਵਨ ਦਾ ਨਹੀਂ ਪਤਾ, ਉਹ ਕਿਵੇਂ ਰਹਿੰਦਾ ਆਪਣੀ ਜ਼ਿੰਦਗੀ ਵਿੱਚ।
ਤੇ ਜਿਹੜਾ ਨਾਮ ਨਹੀਂ ਜਪਦਾ ਤੇ ਜਿਹਦੀ ਰਹਿਤ ਦਾ ਨਹੀਂ ਨਾ ਪਤਾ, ਪਾਣੀ ਤਾਂ ਕਿ ਹੱਥ ਕਾ ਮਧਰਾ ਸਮ ਹੋਏ ਜਾਏ। ਕਹਿੰਦੇ ਉਹਦੇ ਹੱਥੋਂ ਪਾਣੀ ਪੀਣਾ ਹੈ ਨਾ ਜਿਹੜਾ, ਉਹ ਸ਼ਰਾਬ ਦੇ ਬਰਾਬਰ ਹੈ। ਹੁਣ ਰਹਿਤ ਦੀ ਕਿੰਨੀ ਜ਼ਰੂਰਤ ਹੈ। ਇਸੇ ਕਰਕੇ ਮਹਾਰਾਜ ਕਲਗੀਧਰ ਕਹਿੰਦੇ, ਰਹਿਣੀ ਰਹਿ ਸੋਈ ਸਿੱਖ ਮੇਰਾ। ਜਿਹੜਾ ਰਹਿਤ ਰੱਖਦਾ ਉਹ ਮੇਰਾ ਸਿੱਖ ਹੈ, ਉਹੋ ਹੀ ਮੇਰਾ ਸਿੱਖ ਹੈ। ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਬਾਬਾ ਅਮਰਦਾਸ ਜੀ ਬੈਰਾਗ ਵਿੱਚ ਹਨ। ਮਨਾ ਤੂੰ ਬਜ਼ੁਰਗ ਹੋ ਗਿਆ, ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਬੜੇ ਪਿਆਰ ਨਾਲ ਸਰਵਣ ਕਰੋ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਗੁਰੂ ਅੰਗਦ ਕੀ ਸੁਤਾ ਬੀਬੀ ਅਮਰੋ ਨਾਮ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸਦੇ ਆ, ਕਹਿੰਦੇ ਗੁਰਮੁਖੋ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਇੱਕ ਬੱਚੀ ਹੈ ਜਿਹਦਾ ਨਾਮ ਹੈ ਬੀਬੀ ਅਮਰੋ ਜੀ। ਤੁਸੀਂ ਹਿਸਾਬ ਲਾਓ, ਜਿਹੜੀ ਬੱਚੀ ਗੁਰੂ ਦੇ ਘਰ ਵਿੱਚ ਧੀ ਬਣ ਕੇ ਜਨਮ ਲਿਆ, ਜਿੰਨੇ ਉਹਦੇ ਭਾਗ ਕਿੰਨੇ ਵੱਡੇ ਹੋਣਗੇ ਜੀ। ਸੋ ਮਹਾਰਾਜ ਜੀ ਦੀ ਬੱਚੀ ਹੈ, ਪੁੱਤਰੀ ਹੈ, ਜਿਹਦਾ ਨਾਮ ਹੈ ਸਤਿਕਾਰਯੋਗ ਬੀਬੀ ਅਮਰੋ ਜੀ। ਹਾਂਜੀ। ਭਗਤ ਧਾਰ ਬਪ ਆਪਨੋ ਉਪਜੀ ਸਤਿਗੁਰ ਧਾਮ। ਕਹਿਣ ਲੱਗੇ ਅਸਲ ਵਿੱਚ ਨਾ ਬੀਬੀ ਅਮਰੋ ਜੀ ਮਾਨੋ ਭਗਤੀ ਨੇ ਹੀ ਸਰੀਰ ਧਾਰਨ ਕਰ ਲਿਆ ਜੀ। ਕਈ ਬੰਦਿਆਂ 'ਚ ਗੁਣ ਬੜੇ ਹੁੰਦੇ ਆ ਜੀ, ਬੜੇ ਬੜੇ ਵਧੀਆ ਗੁਣ ਹੁੰਦੇ ਆ। ਬੀਬੀ ਅਮਰੋ ਜੀ ਭਗਤੀ ਕਰਦੇ ਰਹਿੰਦੇ ਆ। ਹਾਂਜੀ। ਨਿਸ਼ਾਨੀ ਛੰਦ ਅਨੁਜ ਹੋ ਸ਼੍ਰੀ ਅਮਰ ਕੋ ਤੇਜੋ ਕੇ ਤਾਤਾ। ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਉਸ ਸਮੇਂ ਅਜੇ ਗੁਰੂ ਨਹੀਂ ਬਣੇ। ਸ਼੍ਰੀ ਅਮਰਦਾਸ ਜੀ ਦਾ ਇੱਕ ਛੋਟਾ ਭਰਾ ਹੈ, ਭਾਵ ਬਾਬਾ ਤੇਜਭਾਨ ਜੀ ਦਾ ਇੱਕ ਹੋਰ ਪੁੱਤਰ ਹੈ। ਹਾਂਜੀ। ਤਿਸ ਕੇ ਨੰਦਨ ਸੰਗ ਇਹ ਵਿਆਹੀ ਵੱਡ ਗਿਆਤਾ। ਤੇ ਸਾਧ ਸੰਗਤ ਜੀ ਉਹਦਾ ਨਾਮ ਹੈ ਭਾਈ ਮਾਣਕ ਚੰਦ। ਭਾਈ ਮਾਣਕ ਚੰਦ ਦਾ ਇੱਕ ਪੁੱਤਰ ਹੈ ਭਾਈ ਜੱਸੂ ਜੀ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਸਿਆਣੀਆਂ ਮਾਤਾਵਾਂ ਬੈਠੀਆਂ 'ਚ ਰਿਸ਼ਤੇਦਾਰੀ ਕੱਢੋ ਭਲਾ ਕਿਹੜੀ ਬਣੀ ਜੀ। ਗੁਰੂ ਅਮਰਦਾਸ ਜੀ ਦਾ ਭਤੀਜਾ ਲੱਗਾ ਜੀ ਭਾਈ ਜੱਸੂ ਜੀ। ਹਾਂਜੀ। ਵਿਦਾ ਹੋਏ ਪਿਤ ਪਾਸ ਤੇ ਸਸੁਰਾਲ ਬਸੰਤੀ। ਰੱਬ ਦੀ ਖੇਡ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੱਚੀ ਬੀਬੀ ਅਮਰੋ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਭਾਈ ਜੱਸੂ ਨਾਲ ਵਿਆਹੀ ਹੋਈ ਸੀਗੀ ਜੀ। ਵਿਦਾ ਹੋਏ ਪਿਤ ਪਾਸ ਤੇ ਸਸੁਰਾਲ ਬਸੰਤੀ। ਮਹਾਰਾਜ ਨੇ ਵਿਦਾ ਕਰਦਾ, ਆਪਣੇ ਸਹੁਰੇ ਨਗਰ ਵਿੱਚ ਰਹਿੰਦੇ ਸਨ। ਹਾਂਜੀ। ਬਹੁਤ ਬਰਖ ਤਿਨ ਘਰ ਰਹੀ ਅਮਰੋ ਮਤਮੰਤੀ। ਲੰਮਾ ਸਮਾਂ ਪਰਿਵਾਰ ਸਾਰਾ ਇਕੱਠਾ ਰਿਹਾ ਜੀ। ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਨੂੰ ਵੇਖਦੇ ਆ, ਨੌਂ ਹੈ, ਧੀ ਹੈ। ਹਾਂਜੀ। ਮਹਿਮਾ ਲਖੀਨਾ ਕਿਨਹੂ ਤੇ ਨਿਤ ਪ੍ਰਤ ਇਮਠਾਨੈ। ਪਰ ਕਿਸੇ ਨੂੰ ਪਤਾ ਨਹੀਂ ਵੀ ਬੀਬੀ ਅਮਰੋ ਕੌਣ ਹੈ, ਇਹਦਾ ਪਿਤਾ ਕਿੰਨਾ ਮਹਾਨ ਹੈ। ਕਿਸੇ ਨੂੰ ਇਹ ਨਹੀਂ ਪਤਾ। ਕਿਸੇ ਨੇ ਵੀ ਸਹੁਰੇ ਪਰਿਵਾਰ ਵਿੱਚੋਂ ਬੀਬੀ ਅਮਰੋ ਦੀ ਮਹਿਮਾ ਨਹੀਂ ਜਾਣੀ ਜੀ। ਕਈ ਵਾਰੀ ਨੌਂ ਧੀ ਬਹੁਤ ਚੰਗੀ ਹੁੰਦੀ ਹੈ, ਪਰ ਕੋਈ ਸਮਝਦੇ ਨਹੀਂ ਕਈ ਬੰਦੇ ਜੀ। ਹਾਂਜੀ। ਗ੍ਰਹਿ ਧੰਦਾ ਸਭ ਦਿਨ ਕਰੈ ਤਿਨ ਆਏ ਸਮਾਨੈ। ਬੀਬੀ ਅਮਰੋ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਸਿਖਾਏ ਹੋਏ ਆਪਣੇ ਸਹੁਰੇ ਪਰਿਵਾਰ ਦਾ ਸਾਰਾ ਕੰਮ ਕਰਦੇ ਆ ਜੀ। ਸਾਰਾ ਦਿਨ ਲੱਗੇ ਰਹਿੰਦੇ ਆ, ਪਰ ਇੱਕ ਕੰਮ ਸਭ ਤੋਂ ਵਧੀਆ ਕਰਦੇ ਜੀ, ਜਿਹੜੀਆਂ ਅੱਜ ਕੱਲ੍ਹ ਦੀਆਂ ਨੋਹਾਂ ਨਹੀਂ ਕਰਦੀਆਂ ਜੀ, ਵਿਰਲੀਆਂ ਨੋਹਾਂ ਕਰਦੀਆਂ। ਉਹ ਸੁਣੋ ਕੀ। ਹਾਂਜੀ। ਜਗ ਹੈ ਪਾਸ਼ਲ ਰਾਤ ਕੋ ਕਰ ਸੋਚ ਸ਼ਨਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੀਬੀ ਅਮਰੋ ਜੀ ਪਤਾ ਕੀ ਕਰਦੇ ਆ? ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਉੱਠਦੇ ਆ, ਸੌਚ ਇਸ਼ਨਾਨ ਕਰਦੇ ਆ ਅੰਮ੍ਰਿਤ ਵੇਲੇ ਉੱਠ ਕੇ।
ਹਾਂਜੀ। ਸ਼੍ਰੀ ਨਾਨਕ ਬਾਣੀ ਪਠਹਿ ਕਰ ਪ੍ਰੇਮ ਮਹਾਨਾ। ਤੇ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਉੱਠ ਕੇ ਬੜੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਐ, ਬੜੇ ਪਿਆਰ ਨਾਲ। ਜਿਸ ਘਰ ਵਿੱਚ ਅੰਮ੍ਰਿਤ ਵੇਲੇ ਨੌਆਂ ਧੀਆਂ ਮਾਈਆਂ ਬਾਣੀ ਪੜ੍ਹਦੀਆਂ ਹੋਣਗੀਆਂ ਨਾ ਜੀ, ਉਹ ਘਰ ਘਰ ਨਹੀਂ, ਉਹ ਘਰ ਸਵਰਗ ਹੋਏਗਾ ਜੀ। ਹਾਂਜੀ। ਤਿਸ ਨਿਸ ਉਠ ਸਤਿਗੁਰ ਸਿਮਰ ਮੱਜਨ ਕੋ ਠਾਨਾ। ਉਧਰ ਬਾਬਾ ਅਮਰਦਾਸ ਜੀ ਸੋਚਾਂ ਸੋਚਣ ਦੇ ਆ ਵੀ ਮੈਂ ਗੁਰੂ ਨਹੀਂ ਧਾਰਨ ਕੀਤਾ। ਇਹ ਨਹੀਂ ਪਤਾ ਸਾਡੀ ਨਹੁੰ ਦੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਹਨ, ਇਸ ਗੱਲ ਦਾ ਪਤਾ ਨਹੀਂ। ਬਾਬਾ ਅਮਰਦਾਸ ਜੀ ਸੋਚਾਂ ਸੋਚਣ ਦੇ ਆ ਤੇ ਰਾਤ ਸੁੱਤੇ ਨਹੀਂ ਹੈ ਜੀ। ਉਧਰੋਂ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਉੱਠ ਗਏ ਜੀ। ਬੀਬੀ ਅਮਰੋ ਜੀ ਨੇ ਉੱਠ ਕੇ ਮਹਾਰਾਜ ਨੂੰ ਉੱਠਦਿਆਂ ਸਾਰ ਯਾਦ ਕੀਤਾ ਜੀ। ਉੱਠਦਿਆਂ ਸਾਰ ਪਤਾ ਕੀ ਆਖਿਆ? ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਉੱਠਦਿਆਂ ਸਾਰ ਆਖਿਆ। ਤੇ ਅੱਜ ਕੱਲ੍ਹ ਦੀਆਂ ਉੱਠਦਿਆਂ ਸਾਰ ਮੋਬਾਈਲ ਫੜਦੀਆਂ ਜੀ। ਪਹਿਲੀਆਂ ਬੀਬੀਆਂ ਉੱਠਦਿਆਂ ਸਾਰ ਸਤਿਨਾਮ ਸ੍ਰੀ ਵਾਹਿਗੁਰੂ ਜਪਦੀਆਂ ਸਨ। ਹਾਂਜੀ। ਪਠਹਿ ਗੁਰੂ ਕੇ ਸ਼ਬਦ ਸ਼ੁਭ ਫਲ ਜਿਨੋ ਮਹਾਨਾ। ਉੱਠਦਿਆਂ ਸਾਰ ਗੁਰੂ ਸਾਹਿਬ ਜੀ ਦਾ ਨਾਮ ਲਿਆ, ਫਿਰ ਇਸ਼ਨਾਨ ਪਾਨ ਕੀਤਾ। ਹਾਂਜੀ। ਇਸ਼ਨਾਨ ਪਾਨ ਕਰਕੇ ਬੜੇ ਪਿਆਰ ਨਾਲ ਗੁਰੂ ਦੇ ਸ਼ਬਦਾਂ ਦਾ ਪਾਠ ਕੀਤਾ ਜੀ। ਜਿਨ੍ਹਾਂ ਸ਼ਬਦਾਂ ਨੂੰ ਪੜ੍ਹਨ ਦਾ ਫਲ ਬੜਾ ਵੱਡਾ ਜੀ। ਹਾਂਜੀ। ਦਧੀ ਬਿਲੋਵਤ ਸਹਿਜ ਸੋ ਮੁਖ ਬੋਲਤ ਬਾਣੀ। ਹੁਣ ਸਤਿਕਾਰਯੋਗ ਬਜ਼ੁਰਗ ਮਾਤਾਵਾਂ ਵੀ ਬੈਠੀਆਂ, ਉਹਨਾਂ ਨੂੰ ਆਪਣਾ ਸਮਾਂ ਚੇਤਾ ਆ ਗਿਆ ਹੋਣਾ ਜੀ। ਪਤਾ ਕੀ ਜੀ, ਅੰਮ੍ਰਿਤ ਵੇਲੇ ਨਾਲੇ ਤੇ ਬੀਬੀ ਅਮਰੋ ਜੀ ਪੜ੍ਹਦੇ ਬਾਣੀ, ਮਿੱਠੇ ਲੱਗਦੇ ਗੁਰੂ ਜੀ ਤੇਰੇ ਬੋਲ ਵੇਲੇ ਅੰਮ੍ਰਿਤ ਦੇ। ਤੇ ਨਾਲੇ ਤੇ ਪੜ੍ਹਦੇ ਬਾਣੀ ਤੇ ਨਾਲੇ ਪਿਆਰਿਓ ਹੌਲੀ ਹੌਲੀ ਦਹੀਂ ਰਿੜਕ ਰੰਦੇ ਆ। ਵਾਹਿਗੁਰੂ ਨਾਲ ਨਾਲ ਬਾਣੀ ਚੱਲਣ ਦਈ ਤੇ ਨਾਲ ਨਾਲ ਮਧਾਣੀ ਚੱਲਣ ਦਈ ਜੀ। ਹਾਂਜੀ। ਹੋਏ ਪ੍ਰਸੰਨ ਕਰ ਪ੍ਰੇਮ ਸੋ ਨਿਜ ਬ੍ਰਿਤੀ ਟਿਕਾਨੀ। ਬਸ ਉਹ ਰਿੜਕ ਰਹੇ ਆ, ਪਰ ਬਿਰਤੀ ਜਿਹੜੀ ਉਹ ਸ਼ਬਦ ਵਿੱਚ ਟਿਕਾਈ ਹੋਈ ਜੀ। ਧਿਆਨ ਬੀਬੀ ਅਮਰੋ ਜੀ ਦਾ ਗੁਰੂ ਜੀ ਦੀ ਬਾਣੀ ਵਿੱਚ, ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਕੀਤਾ ਜੀ। ਅੰਮ੍ਰਿਤ ਵੇਲੇ ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ, ਤਾ ਬਾਤ ਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਨਾਲ ਨਾਲ ਬਾਣੀ ਤੇ ਨਾਲ ਨਾਲ ਮਧਾਣੀ ਚੱਲ ਰਹੀ ਹੈ ਜੀ। ਹਾਂਜੀ। ਨਿਜ ਘਰ ਪਰ ਸ਼੍ਰੀ ਅਮਰ ਜੀ ਚਿੰਤਾ ਗਲਤਾਨੇ। ਉਧਰੋਂ ਅੰਮ੍ਰਿਤ ਵੇਲੇ ਮਧਾਣੀ ਦੀ ਤੇ ਬਾਣੀ ਦੀ ਆਵਾਜ਼ ਆ ਰਹੀ ਹੈ। ਉਧਰੋਂ ਬਾਬਾ ਅਮਰਦਾਸ ਜੀ ਬੜੇ ਚਿੰਤਤ ਨੇ ਤੇ ਜਾਗਣ ਦੇ ਵੀ ਮੈਂ ਗੁਰੂ ਨਹੀਂ ਧਾਰਨ ਕੀਤਾ। ਵੇਖੋ ਸਬੱਬ ਕਿਵੇਂ ਬਣਨਾ ਜੀ। ਹਾਂਜੀ। ਜਾਗੇ ਸਗਲੀ ਜਾਮਨੀ ਪੁਨ ਪੁਨ ਪਛਤਾਨੇ। ਬਾਰ ਬਾਰ ਪਛਤਾ ਰਹੇ, ਸਾਰੀ ਰਾਤ ਹੀ ਜਾਗਦੇ ਰਹੇ ਆ। ਅੰਮ੍ਰਿਤ ਵੇਲਾ ਹੋ ਗਿਆ। ਹਾਂਜੀ। ਸਤਿਗੁਰ ਦਰਸ਼ਨ ਚਿਤਵਤੇ ਬਿਨਤੀ ਬਹੁ ਭਾਖੇ। ਤੇ ਪਤਾ ਕੀ ਬੇਨਤੀਆਂ ਕਰਨ ਦੇ ਆ, ਹੇ ਪੂਰੇ ਸਤਿਗੁਰੂ ਜੀ ਕਿਰਪਾ ਕਰੋ ਤੇ ਮੈਨੂੰ ਆਪ ਹੀ ਮਿਲ ਪਾਓ, ਮੈਂ ਕਿੱਥੇ ਭਾਲ ਕਰਾਂਗਾ। ਹਾਂਜੀ। ਜਾਮ ਨਿਸਾਤੇ ਧੁਨ ਭਰੀ ਸੁਨ ਮਨ ਅਬਲਾਖੇ। ਤੇ ਪਿਆਰਿਓ ਉਧਰੋਂ ਬਾਬਾ ਅਮਰਦਾਸ ਜੀ ਚਿੰਤਾ ਵਿੱਚ ਨੇ ਤੇ ਉਧਰੋਂ ਮਿੱਠੀ ਆਵਾਜ਼ ਬਾਣੀ ਦੀ, ਰਸ ਵਾਲੀ ਆਵਾਜ਼ ਬੀਬੀ ਅਮਰੋ ਜੀ ਦੀ ਆ ਰਹੀ ਹੈ, ਕੰਨਾਂ 'ਚ ਪੈਣ ਲੱਗ ਪਈ ਜੀ ਅੰਮ੍ਰਿਤ ਵੇਲੇ। ਹਾਂ। ਸੁਨਨ ਲੱਗੇ ਮਨ ਰੋਕ ਕੈ ਸੁੰਦਰ ਗੁਰਬਾਣੀ। ਬਾਬਾ ਅਮਰਦਾਸ ਜੀ ਦਾ ਧਿਆਨ ਹਟ ਗਿਆ ਜੀ ਚਿੰਤਾ 'ਚੋਂ।
ਤੇ ਪਤਾ ਕੀ ਕਰਨ ਲੱਗੇ? ਮਨ ਨੂੰ ਰੋਕ ਕੇ ਗੁਰੂ ਦੀ ਬਾਣੀ ਨੂੰ ਸੁਣਨ ਲੱਗ ਪਏ ਜੀ। ਹਾਂਜੀ। ਚੁਭਤ ਚੀਤ ਦਰ ਵਤਰਿਦਾ ਰੁਚ ਜਗੀ ਮਹਾਨੀ। ਤੇ ਪਿਆਰਿਓ, ਜਦੋਂ ਸ਼ਬਦ ਸੁਣੇ ਨਾ ਤੇ ਬੜਾ ਪਿਆਰ ਪੈਦਾ ਹੋਇਆ ਮਨ ਵਿੱਚ, ਰੁਚੀ ਜਾਗ ਪਈ ਵੀ ਮੈਂ ਹੋਰ ਸੁਣਾ, ਹੋਰ ਸੁਣਾ। ਹਾਂਜੀ। ਤਹ ਤੇ ਉੱਠ ਹੋਏ ਨਿਕਟ ਤਹ ਓਟਾ ਇਕ ਲੀਨਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖਿਆ ਵੀ ਕੌਣ ਹੈ ਬਾਣੀ ਪੜ੍ਹ ਰਿਹਾ। ਇਹ ਬਾਣੀ ਪਤਾ ਹੀ ਨਹੀਂ ਸੀ ਬਾਣੀ ਹੈ। ਇਹ ਬੜੀ ਮਿੱਠੀ ਆਵਾਜ਼ ਹੈ, ਕੋਈ ਬੀਬੀ ਬੋਲ ਰਹੀ ਹੈ, ਕੌਣ ਹੈ? ਤੇ ਪਿਆਰਿਓ, ਇੱਕ ਓਟ ਲੈ ਕੇ ਨਾ, ਕੰਧ ਦਾ ਆਸਰਾ ਲੈ ਕੇ ਤੇ ਲੁੱਕ ਕੇ ਵੇਖਣ ਲੱਗ ਪਏ ਜੀ। ਪੁਰਾਣੇ ਬਜ਼ੁਰਗਾਂ 'ਚ ਇਸ ਮਰਜ਼ਾਦਾ ਬੜੀ ਹੁੰਦੀ ਸੀਗੀ ਜੀ। ਹਾਂਜੀ। ਦੇਖ ਨਾ ਸੁਖ ਚਹਿ ਮੋਹ ਕੋ ਸ਼ੁਭਮਤੀ ਪ੍ਰਬੀਨਾ। ਤੇ ਵੇਖਿਆ ਇਹ ਤੇ ਸਾਡੀ ਨਹੁੰ ਪੜ ਰਹੀ ਹੈ, ਇਹ ਬਾਣੀ ਸਾਡੀ ਨਹੁੰ ਪੜ ਰਹੀ ਹੈ। ਪਰ ਕੰਧ ਦੇ ਓਲੇ ਲੁਕਾਉਂਦੇ ਹੈ ਵੀ ਇਹ ਨਾ ਹੋਵੇ ਮੇਰੀ ਨਹੁੰ ਮੈਨੂੰ ਵੇਖ ਲਏ ਤਾਂ ਬੋਲਣੋਂ ਬੰਦ ਹੋ ਜਾਏ ਬਾਣੀ। ਜਿਉਂ-ਜਿਉਂ ਬੀਬੀ ਅਮਰੋ ਜੀ ਬਾਣੀ ਪੜ੍ਹਦੇ ਤਿਉਂ-ਤਿਉਂ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਦਾ ਮਨ ਠੰਡਾ ਹੋਈ ਜਾਂਦਾ ਜੀ। ਚਾਹੁੰਦੇ ਨਹੀਂ ਵੀ ਉਹ ਬੰਦ ਕਰੇ। ਇਹ ਵੀ ਪਤਾ ਵੀ ਮੇਰੀ ਨਹੁੰ ਨੇ ਮੈਨੂੰ ਵੇਖ ਲਿਆ ਤੇ ਬੋਲਣਾ ਨਹੀਂ ਉੱਚੀ ਜੀ। ਕਿੰਨਾ ਸੰਸਕਾਰ ਹੈ ਜੀ। ਹਾਂਜੀ। ਛਪੇ ਸੁਨਤ ਗੁਰ ਸ਼ਬਦ ਕੋ ਥਿਤ ਕੇ ਤਿਕ ਕਾਲਾ। ਤੇ ਖੜੇ ਹੋ ਕੇ ਲੁੱਕ ਕੇ ਕੁਝ ਸਮਾਂ ਤੇ ਬਾਬਾ ਅਮਰਦਾਸ ਜੀ ਮਹਾਰਾਜ ਦੀ ਬਾਣੀ ਸੁਣਦੇ ਰਹੇ ਜੀ। ਹਾਂਜੀ। ਪੜ੍ਹਤ ਰਹੀ ਅਮਰੋ ਤਬੈ ਪੁਨ ਭਇਓ ਉਜਾਲਾ। ਉਧਰੋਂ ਬੀਬੀ ਅਮਰੋ ਜੀ ਨੂੰ ਨਹੀਂ ਪਤਾ ਵੀ ਕੋਈ ਸੁਣ ਰਿਹਾ ਬਾਣੀ ਜੀ। ਨਾਲ ਨਾਲ ਮਧਾਣੀ ਤੇ ਨਾਲ ਨਾਲ ਬਾਣੀ ਚੱਲ ਰਹੀ ਹੈ ਜੀ। ਹਾਂਜੀ। ਜਬ ਪ੍ਰਭਾਤ ਹੋਈ ਪਿਖੇ ਤਬ ਨਿਕਟ ਸਿਧਾਰਾ। ਤੇ ਪਿਆਰਿਓ, ਹੌਲੀ ਹੌਲੀ ਦਿਨ ਚੜ ਗਿਆ। ਗੱਜ ਕੇ ਆਖੋ ਵਾਹਿਗੁਰੂ। ਲੋ ਲੱਗ ਗਈ। ਪ੍ਰਭਾਤ ਹੋਈ ਤਾਂ ਬੀਬੀ ਅਮਰੋ ਜੀ ਨੂੰ ਵੇਖ ਕੇ ਬਾਬਾ ਅਮਰਦਾਸ ਜੀ ਉਹਦੇ ਕੋਲ ਚਲੇ ਗਏ ਜੀ। ਹਾਂਜੀ। ਬੂਝਣ ਲਾਗਿਓ ਸ਼ਬਦ ਇਹ ਕਿਸ ਭਾਂਤ ਉਚਾਰਾ। ਤੇ ਸਾਧ ਸੰਗਤ ਪੁੱਛਿਆ, ਧੀਏ ਬੱਚੀਏ, ਇਹ ਸ਼ਬਦ ਕਿਹੜਾ ਉਚਾਰ ਰਹੀ ਸੈਂ ਤੂੰ, ਕੀ ਪੜ ਰਹੀ ਸੈਂ? ਹਾਂਜੀ। ਹੇ ਪੁੱਤਰੀ ਅਬ ਫੇਰ ਪੜ ਮੁਝ ਦੇਹੋ ਸੁਨਾਈ। ਧੀਏ ਮੇਰੇ ਤੇ ਕਿਰਪਾ ਕਰ, ਮੇਰੀ ਬੱਚੀਏ ਮੈਨੂੰ ਇੱਕ ਵਾਰੀ ਫੇਰ ਸੁਣਾ ਇਹ ਸ਼ਬਦ ਜੋ ਤੂੰ ਪੜ ਰਹੀ ਸੈਂ। ਹਾਂਜੀ। ਮਰਿਓ ਹੁਤੋ ਮੈਂ ਸੁਧਾ ਕੀ ਬੂੰਦੈ ਮੁਖ ਪਾਈ। ਤੇਰੀ ਬਾਣੀ ਨੇ ਮੇਰਾ ਮਨ ਇੰਨਾ ਠੰਡਾ ਕਰਤਾ, ਮਾਨੋ ਮੈਂ ਮਰ ਰਿਹਾ ਸਾਂ ਤੇ ਕਿਸੇ ਨੇ ਮੂੰਹ 'ਚ ਅੰਮ੍ਰਿਤ ਪਾ ਦਿੱਤਾ ਹੋਵੇ ਆ ਕੇ, ਤੇ ਬੰਦਾ ਜਿਉਂਦਾ ਨਹੀਂ ਹੋ ਜਾਂਦਾ। ਕਹਿਣ ਲੱਗੇ ਤੇਰੀ ਬਾਣੀ ਨੇ ਮੇਰਾ ਮਨ ਇੰਨਾ ਠੰਡਾ ਕਰਤਾ। ਅੰਮ੍ਰਿਤ ਵੇਲਾ ਜੀਵਨ ਵਾਲਾ ਬਾਣੀ ਪੜ੍ਹ ਰਿਹਾ ਹੋਵੇ ਤੇ ਬਾਣੀ ਵੈਸੇ ਬੜੀ ਮਿੱਠੀ ਲੱਗਦੀ ਜੀ। ਹਾਂਜੀ। ਕਰਿਓ ਜੀਵਾਮਨ ਸੁਖ ਦਿਓ ਇਹ ਬੜ ਉਪਕਾਰਾ। ਤੂੰ ਮੇਰੇ ਤੇ ਬੜਾ ਉਪਕਾਰ ਕੀਤਾ, ਮੈਨੂੰ ਇਹ ਸ਼ਬਦ ਸੁਣਾਤਾ। ਮੇਰਾ ਮਨ ਤੇ ਬੜਾ ਹੀ ਚਿੰਤਾ ਵਿੱਚ ਸੀ। ਜਦੋਂ ਬੜੀ ਚਿੰਤਾ ਹੋਵੇ ਨਾ ਤੇ ਅੱਜ ਕੱਲ੍ਹ ਤੇ ਕੰਮ ਹੀ ਸੌਖਾ, ਮੋਬਾਈਲ 'ਚੋਂ ਸ਼ਬਦ ਕੱਢ ਕੇ ਸੁਣਨ ਲੱਗ ਪਾਓ, ਗੁਰਬਾਣੀ ਦੇ ਕਥਾ ਸੁਣਨ ਲੱਗ ਪਾਓ। ਐ ਮਨ ਦਾ ਧਿਆਨ ਹੌਲੀ ਹੌਲੀ ਚਿੰਤਾ ਦੂਰ ਹੋ ਜਾਏਗੀ। ਸ਼ਬਦ ਪੜ੍ਹ ਰਹੇ ਸਨ ਨਾ ਹੁਣੇ ਸੰਗਤਾਂ ਰਲ ਕੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਹਾਂਜੀ। ਸੁਨ ਅਮਰੋ ਸੁਖ ਚਤ ਕੁਸ਼ਕ ਗੁਰ ਸ਼ਬਦ ਉਚਾਰਾ। ਸੁਣ ਅਮਰੋ ਸੁਖ ਚਤ ਕੁਸ਼ਕ। ਹੁਣ ਸਹੁਰਾ ਸਾਹਿਬ ਹੈ ਤੇ ਖੁੱਲ ਕੇ ਤੇ ਬੋਲ ਨਹੀਂ ਸੀ ਸਕਦੇ। ਕੁਝ ਸੰਗਦੇ ਹੋਇਆ ਬੀਬੀ ਅਮਰੋ ਜੀ ਨੇ ਫਿਰ ਵੀ ਸ਼ਬਦ ਉਚਾਰ ਦਿੱਤਾ ਜੀ। ਹਾਂਜੀ। ਸ਼੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ। ਜਿਹੜਾ ਸ਼ਬਦ ਉਚਾਰਿਆ, ਜਿਹੜਾ ਸ਼ਬਦ ਉਚਾਰਿਆ ਨਾ ਉਹ ਸ਼ਬਦ ਸੁਣੋ ਹੁਣ। ਹਾਂਜੀ। ਕਰਨੀ ਕਾਗਦ ਮਨ ਮਸਮਾਣੀ ਬੁਰਾ ਭਲਾ ਦੋਏ ਲੇਖ ਪਏ। ਹਾਂਜੀ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਹਾਂਜੀ। ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਸ਼ਬਦ ਸੁਣਾਇਆ ਜੀ। ਮਾਰੂ ਰਾਗ ਦਾ ਸ਼ਬਦ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਹੁਣ ਮੈਂ ਇੱਥੇ ਇੱਕ ਬੇਨਤੀ ਕਰਾਂ, ਆਪਾਂ ਜਿੰਨੇ ਬੈਠੇ ਆ ਗੁਰਬਾਣੀ ਕੰਠ ਨਹੀਂ ਕਰਦੇ। ਕੀਰਤਨ ਕਰਨ ਵਾਲੇ ਰਾਗੀ ਜਿਹੜੇ ਆ ਉਹ ਵੀ ਫੋਨ ਚੋਂ ਕੱਢ ਕੇ ਫਿਰ ਕੀਰਤਨ ਕਰਦੇ, ਗੁਰਬਾਣੀ ਕੰਠ ਨਹੀਂ ਕਰਦੇ। ਤੇ ਪਿਆਰਿਓ, ਬੀਬੀ ਅਮਰੋ ਜੀ ਮਾਰੂ ਰਾਗ ਦਾ ਸ਼ਬਦ ਜ਼ੁਬਾਨੀ ਸੁਣਾਉਂਦਾ ਏ, ਤੇ ਇਹਦਾ ਮਤਲਬ ਯਾਦ ਕੀਤੀ ਬਾਣੀ ਫੇਰ ਹੀ ਸੁਣਾ ਰਹੇ ਨਾ ਜੀ। ਤੇ ਸ਼ਬਦ ਪੜਿਆ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਸ਼ਬਦ ਬੀਬੀ ਅਮਰੋ ਜੀ ਨੇ ਪੜਿਆ। ਹਾਂਜੀ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਹਾਂਜੀ। ਰਸ ਰਸ ਚੋਗ ਚੁਗੈ ਨਿਤ ਫਾਸਹਿ, ਛੂਟਹਿ ਮੂੜੈ ਕਮਨ ਗੁਣੀ। ਹਾਂਜੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਾਲਿਆ ਸੰਨੀ ਚਿਤ ਭਈ। ਚਿੰਤ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਏਹਾ। ਇਹ ਸ਼ਬਦ ਬੀਬੀ ਅਮਰੋ ਜੀ ਨੇ ਸੁਣਾਇਆ। ਇਹਦਾ ਭਾਵ ਮੈਂ ਛੋੜਾ ਜਿਹਾ ਕਰਕੇ ਤੁਹਾਨੂੰ ਦੱਸ ਦੇਣਾ, ਕੇਵਲ ਅੰਤਮ ਪੰਕਤੀ ਦਾ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਮਨੂਰ ਕਿਹਨੂੰ ਕਹਿੰਦੇ ਭਲਾ? ਮਨੂਰ ਕਹਿੰਦੇ ਚ ਗਲੇ ਸੜੇ ਲੋਹੇ ਨੂੰ। ਜਿਵੇਂ ਗਲਿਆ ਸੜਿਆ ਲੋਹਾ ਹੁੰਦਾ ਨਾ ਜੀ, ਉਵੇਂ ਜਿਹੜਾ ਮਨ ਗਲਿਆ ਸੜਿਆ ਵਿਕਾਰਾਂ ਵਾਲਾ ਉਹਨੂੰ ਮਨੂਰ ਕਹਿੰਦੇ ਜੀ। ਕੰਚਨ ਕਹਿੰਦੇ ਸੋਨੇ ਨੂੰ। ਹੁਣ ਬੜੀ ਹੈਰਾਨੀ ਵਾਲੀ ਗੱਲ ਹੈ, ਗਲਿਆ ਸੜਿਆ ਲੋਹਾ ਕਿਸੇ ਕੰਮ ਨਹੀਂ ਆਉਂਦਾ ਜੀ, ਪਰ ਸੋਨੇ ਨੂੰ ਆਪਾਂ ਸਾਰੇ ਸਾਂਭ ਰੱਖਦੇ ਹਾਂ। ਸੋਨਾ ਬੜਾ ਚੰਗਾ ਲੱਗਦਾ। ਗਲੇ ਸੜੇ ਲੋਹੇ ਨੂੰ ਸੁੱਟ ਦਿੰਦੇ, ਜਿਹੜਾ ਜੰਗਾਲਿਆ ਗਿਆ ਹੋਵੇ ਆਪਾਂ ਕਹਿੰਦੇ ਸੁੱਟੋ ਪਰਾਂ, ਜੰਗਾਲਿਆ ਗਿਆ। ਪਰ ਸੋਨਾ ਜਿਹੜਾ ਉਹਨੂੰ ਕੋਈ ਸੁੱਟਦਾ ਨਹੀਂ, ਇੰਝ ਉਹਨੂੰ ਨਹੀਂ ਸੁੱਟਦਾ। ਹੁਣ ਉਹ ਗਲਿਆ ਸੜਿਆ ਲੋਹਾ ਜਿਹਨੂੰ ਆਪਾਂ ਸੁੱਟਣ ਨੂੰ ਤਿਆਰ ਹੈ, ਉਹਨੂੰ ਕੋਈ ਸੋਨਾ ਆ ਕੇ ਬਣਾ ਦੇਵੇ ਤੇ ਕਿੱਡੀ ਵੱਡੀ ਗੱਲ ਹੈ ਜੀ। ਤੇ ਮਹਾਰਾਜ ਬਾਣੀ ਚ ਕਹਿੰਦੇ ਇਹ ਜਿਹੜਾ ਮਨ ਹੈ ਨਾ, ਇਹ ਗਲਿਆ ਸੜਿਆ ਲੋਹਾ, ਇਹਨੂੰ ਜੰਗਾਲ ਲੱਗਾ ਜੀ, ਬਿਖ ਮੋਰਚਾ ਲੱਗਾ ਜੀ, ਵਿਸ਼ੇ ਵਿਕਾਰਾਂ ਦਾ ਜੰਗਾਲ ਲੱਗਾ ਜੀ। ਤੇ ਜੰਗਾਲਿਆ ਲੋਹਾ ਨਹੀਂ ਚੰਗਾ ਲੱਗਦਾ, ਵਿਸ਼ੇ ਵਿਕਾਰਾਂ ਵਾਲਾ ਮਨ ਵੀ ਨਹੀਂ ਚੰਗਾ ਲੱਗਦਾ। ਹਾਂਜੀ। ਤੇ ਫਿਰ ਅੱਗੋਂ ਕੀ ਕਹਿੰਦੇ? ਕਹਿੰਦੇ ਇਹ ਮਨ ਗਲਿਆ ਸੜਿਆ ਵਿਕਾਰਾਂ ਵਾਲਾ ਸੋਨਾ ਬਣ ਸਕਦਾ ਕਦੋਂ? ਜਦੋਂ ਗੁਰੂ ਮਿਲ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਜੇ ਗੁਰ ਮਿਲੇ ਤਨੇਹਾ, ਜੇ ਉਹਨੂੰ ਗੁਰਦੇਵ ਮਿਲ ਪੈਣ। ਗੁਰੂ ਪਾਰਸ ਹੈ, ਪਾਰਸ ਨੇ ਨੂੰ ਲੋਹੇ ਨਾ ਛੁਆਓ ਸੋਨਾ ਬਣ ਜਾਂਦਾ। ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਆ ਰਾਮ। ਇਹ ਉਹ ਕਿਵੇਂ ਬਣਦਾ ਜੀ? ਗਲਿਆ ਸੜਿਆ ਲੋਹਾ ਮਨ ਜਿਹੜਾ ਵਿਗੜਿਆ ਸੋਨੇ ਵਰਗਾ ਸ਼ੁੱਧ ਪਵਿੱਤਰ ਕਿਵੇਂ ਹੁੰਦਾ? ਕਿਉਂਕਿ ਗੁਰੂ ਸਾਹਿਬ ਏਕ ਨਾਮ ਅੰਮ੍ਰਿਤ ਉਹ ਦੇਵੈ। ਗੁਰੂ ਸਾਹਿਬ ਬੰਦੇ ਨੂੰ ਕਹਿੰਦੇ, ਬੰਦਿਆ ਬੋਲ ਵਾਹਿਗੁਰੂ, ਬੋਲੋ ਵਾਹਿਗੁਰੂ 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 ਵਾਹਿਗੁਰੂ। ਜਦੋਂ ਗੁਰੂ ਸਾਹਿਬ ਇੱਕ ਨਾਮ ਅੰਮ੍ਰਿਤ ਦਿੰਦੇ ਆ ਨਾ, ਅੰਮ੍ਰਿਤ ਨਾਮ ਦਿੰਦੇ ਆ, ਫਿਰ ਕਿਰਪਾ ਹੋ ਜਾਂਦੀ ਜੀ। ਨਾਮ ਜਪ ਜਪ ਕੇ ਬੰਦਾ ਸੋਨੇ ਵਰਗਾ ਸ਼ੁੱਧ ਪਵਿੱਤਰ ਹੋ ਜਾਂਦਾ ਜੀ। ਤਉ ਨਾਨਕ ਤ੍ਰਿਸ਼ਟਸ ਦੇਹਾ,
ਫਿਰ ਕਹਿੰਦੇ ਸਰੀਰ ਤੇ ਮਨ ਅਸਥਿਰ ਹੋ ਜਾਂਦੇ, ਟਿਕ ਜਾਂਦੇ ਐ, ਤੇ ਮਨ ਟਿਕਾਏ ਮਾਨ ਹੋ ਜਾਂਦਾ, ਬੰਦੇ ਦਾ ਵਧੀਆ ਜੀਵਨ ਬਣ ਜਾਂਦਾ ਜੀ। ਹੁਣ ਗੱਲ ਗੁਰੂ ਨੂੰ ਮਿਲਣ ਦੀ ਕੀਤੀ ਜੀ, ਤੇ ਜਦੋਂ ਬੀਬੀ ਅਮਰੋ ਜੀ ਨੇ ਇਹ ਸ਼ਬਦ ਸੁਣਾਇਆ ਨਾ ਜੀ, ਵੀ ਮਨ ਵਧੀਆ ਹੋ ਜਾਂਦਾ ਜੇ ਗੁਰੂ ਮਿਲੇ। ਅੱਗੋਂ ਸੁਣੋ ਫਿਰ ਕੀ ਹੁੰਦਾ ਜੀ। ਹਾਂਜੀ, ਸੁਨ ਕੈ ਸਤਿਗੁਰ ਸ਼ਬਦ ਕੋ ਮਨ ਭਇਓ ਹੁਲਾਸਾ। ਗੁਰੂ ਸਾਹਿਬ ਜੀ ਦਾ ਸ਼ਬਦ ਸੁਣ ਕੇ ਬਾਬਾ ਅਮਰਦਾਸ ਜੀ ਦਾ ਮਨ ਖਿੜ ਗਿਆ ਜੀ, ਮਨ ਠੰਡਾ ਵੀ ਹੋ ਗਿਆ। ਹਾਂਜੀ, ਮੋਹੇ ਦਸ਼ਾ ਅਸ ਅਬ ਹੈ ਜਿਮ ਸ਼ਬਦ ਪ੍ਰਕਾਸ਼ਾ। ਤੇ ਪਤਾ ਕੀ ਕਹਿਣ ਮਨ ਚ ਸੋਚਦੇ, ਕਹਿੰਦੇ ਤੇ ਮੇਰੇ ਬਾਰੇ ਹੀ ਆਖਿਆ ਮਹਾਰਾਜ ਨੇ, ਮੇਰੇ ਬਾਰੇ ਆਖਿਆ। ਇਸ ਸ਼ਬਦ ਵਿੱਚ ਤਾਂ ਮੇਰੀ ਗੱਲ ਕੀਤੀ। ਕਈ ਬੰਦੇ ਕੀ ਕਹਿੰਦੇ ਜੀ, ਆ ਬਾਬਾ ਕਥਾ ਲਾ ਕੇ ਕਰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਕਥਾ ਨਹੀਂ ਲਾ ਕੇ ਹੁੰਦੀ, ਸਾਡੇ ਮਨ ਦਾ ਹਾਲ ਹੁੰਦਾ ਹੈ। ਉਹ ਜਦੋਂ ਮਨ ਦਾ ਹਾਲ ਬੰਦੇ ਨੂੰ ਸੁਣਦਾ, ਕਹਿੰਦਾ ਜੀ ਸ਼ਾਇਦ ਮੈਨੂੰ ਆਖਿਆ। ਹੁਣ ਮਹਾਰਾਜ ਕਹਿ ਸਕਦੇ ਤੇ ਮੈਨੂੰ ਲਾ ਕੇ ਸ਼ਬਦ ਪੜ੍ਹਦੀ ਹੈ, ਨਹੀਂ, ਕਹਿੰਦੇ ਨਹੀਂ ਨਹੀਂ, ਸ਼ਬਦ ਵਿੱਚ ਤਾਂ ਮੇਰੇ ਮਨ ਦੀ ਗੱਲ ਕੀਤੀ ਹੈ। ਸਿਆਣੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ, ਉਹ ਲੜਦੇ ਨਹੀਂ ਹੈ। ਹਾਂਜੀ, ਤਰੁਣ ਅਵਸਥਾ ਬਿਤ ਗਈ ਬਿਰਧਾਪਨ ਆਵਾ। ਉਹ ਕਹਿੰਦੇ ਤੇ ਮੇਰੇ ਬਾਰੇ ਆਖਿਆ, ਜਵਾਨੀ ਮੇਰੀ ਲੰਘ ਗਈ, ਬਜ਼ੁਰਗ ਮੈਂ ਹੋ ਗਿਆ। ਹਾਂਜੀ, ਲੋਹਾ ਹੁਤੋ ਮਨੂਰ ਭਾ ਕਿਤ ਕਾਜ ਨ ਆਵਾ। ਮਾਨੋ ਪਹਿਲਾਂ ਲੋਹਾ ਸੀ, ਹੁਣ ਜੰਗਾਲ ਲੱਗ ਗਿਆ ਬਜ਼ੁਰਗੀ ਦਾ, ਤੇ ਮੈਂ ਤਾਂ ਕਿਸੇ ਕੰਮ ਹੀ ਨਹੀਂ ਆਇਆ ਅੱਜ ਤੱਕ। ਹਾਂਜੀ, ਲੋਹੇ ਕੋ ਪਾਰਸ ਛੂਵੈ ਕੰਚਨ ਹੋਏ ਜਾਈ। ਪਰ ਜੇ ਇਸ ਗਲੇ ਸੜੇ ਲੋਹੇ ਨੂੰ ਭਾਵ ਮੈਨੂੰ ਗੁਰੂ ਪਾਰਸ ਛੂਇਆ ਜਾਏ ਤੇ ਮੈਂ ਵੀ ਸ਼ੁੱਧ ਸੋਨੇ ਵਰਗਾ ਹੋ ਜਾਵਾਂਗਾ। ਹਾਂਜੀ, ਮਮ ਮਨੂਰ ਕੋ ਗੁਰ ਮਿਲ ਹੈ ਸੁਧ ਕਰੈ ਬਨਾਈ। ਤੇ ਮੈਨੂੰ ਵੀ ਹੁਣ ਗੁਰੂ ਸਾਹਿਬ ਮਿਲ ਪੈਣ, ਸ਼ਬਦ 'ਚ ਇਹੋ ਹੀ ਆਖਿਆ। ਹਾਂਜੀ, ਮਨਹੁ ਸ਼ਬਦ ਮੁਝ ਪਰ ਕੀਓ ਅਸ ਦਸ਼ਾ ਸਰੀਰਾ। ਮਾਨੋ ਇਹ ਤੇ ਸ਼ਬਦ ਮਹਾਰਾਜ ਨੇ ਉਚਾਰਿਆ ਹੀ ਮੇਰੇ ਵਾਸਤੇ ਹੋਵੇ ਜੀ। ਵੇਖ ਲੋ ਜਿਨ੍ਹਾਂ ਦੇ ਭਾਗ ਜਾਗਣੇ, ਇੱਕ ਸ਼ਬਦ ਸੁਣ ਕੇ ਹੀ ਮਿਹਰ ਹੋ ਗਈ ਜੀ। ਹਾਂਜੀ, ਤੇ ਕਈ ਸਾਰੀ ਉਮਰ ਪੜ੍ਹਦੇ ਤੇ ਸੁਣਦੇ ਰਹਿੰਦੇ, ਗੱਲ ਹੀ ਕੋਈ ਨਹੀਂ ਬਣਦੀ ਜੀ। ਹਾਂਜੀ, ਇਮ ਵਿਚਾਰ ਬੂਝਤ ਭਏ ਆਸ਼ੈ ਗੰਭੀਰਾ। ਵਿਚਾਰ ਕਰਦੇ ਆਪਣੇ ਮਨ 'ਚ ਤੇ ਸ਼ਬਦ ਸੁਣ ਸੁਣ ਸੁੱਖ ਲੈ ਰਹੇ ਆ। ਹਾਂਜੀ, ਸ਼ਬਦ ਕਰਿਓ ਕਿਸ ਕੋ ਆਹੈ ਕਿਤ ਤੇ ਤੁਮ ਪਾਵਾ। ਆਪਣੀ ਨਹੁੰ ਨੂੰ ਧੀ ਨੂੰ ਕਹਿਣ ਲੱਗੇ, ਧੀਏ ਇਹ ਸ਼ਬਦ ਤੈਨੂੰ ਕਿੱਥੋਂ ਮਿਲਿਆ। ਹਾਂਜੀ, ਕਰਨਹਾਰ ਅਬ ਹੈ ਕੇ ਨਾਹੇ ਜਿਨ ਸ਼ੁਭ ਪਦ ਗਾਵਾ। ਜਿਨ੍ਹਾਂ ਨੇ ਇਹ ਸ਼ਬਦ ਉਚਾਰਿਆ ਉਹ ਜਿਉਂਦੇ ਨੇ, ਜ਼ਰੂਰ ਉਹ ਪੂਰੇ ਗੁਰੂ ਹੋਣਗੇ ਜਿਨ੍ਹਾਂ ਨੇ ਇਹ ਸ਼ਬਦ ਉਚਾਰਿਆ। ਹਾਂਜੀ, ਸੁਨਤ ਰੋਮ ਹਰਖਨ ਭਇਓ ਮਨ ਪ੍ਰੇਮ ਬੰਧਾਇਓ। ਕਿਉਂ ਬੱਚੀਏ, ਜਦੋਂ ਮੈਂ ਤੇਰੇ ਮੁਖੋਂ ਸ਼ਬਦ ਸੁਣਿਆ ਮੈਂ ਬੜਾ ਖੁਸ਼ ਹੋਇਆ, ਮੇਰਾ ਲੂਹ ਕੰਡੇ ਖੜੇ ਹੋ ਗਏ, ਮੈਂ ਪ੍ਰਸੰਨ ਹੋ ਗਿਆ। ਹਾਂਜੀ, ਮੇਰੇ ਹੇਤ ਉਧਾਰਬੇ ਇਹ ਰੁਚਰ ਬਨਾਏ। ਮੈਨੂੰ ਇਉਂ ਲੱਗਦਾ ਜਿਵੇਂ ਮੇਰੇ ਵਾਸਤੇ ਹੀ ਸ਼ਬਦ ਮਹਾਰਾਜ ਨੇ ਉਚਾਰਿਆ ਹੋਵੇ। ਹੁਣ ਬਾਣੀ ਤੇ ਸਾਡੇ ਵਾਸਤੇ ਹੀ, ਆਪਾਂ ਸੁਣਦੇ ਹੀ ਨਹੀਂ ਜੀ। ਆਪਾਂ ਕਹਿੰਦੇ ਨਹੀਂ ਨਹੀਂ ਦੂਜਿਆਂ ਵਾਸਤੇ ਆ। ਹਾਂਜੀ, ਸੁਨ ਬੀਬੀ ਅਮਰੋ ਕਹਿਓ ਸ਼੍ਰੀ ਨਾਨਕ ਪੂਰੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੀਬੀ ਅਮਰੋ ਜੀ ਦੀ ਸੁਮੱਤ ਵੇਖਿਓ ਬੀਬੀਓ, ਸੁਣਿਓ ਜਰਾ ਧਿਆਨ ਨਾਲ। ਬੀਬੀ ਅਮਰੋ ਜੀ ਨੇ ਹੱਥ ਜੋੜਦੇ ਆਖਿਆ, ਸੁਣੋ ਫਿਰ। ਕਲਯੁਗ ਦੇ ਵਿੱਚ ਪੂਰੇ ਗੁਰੂ ਹੋਏ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਤਿਨਹੋਂ ਬਣਾਇਓ ਸ਼ਬਦ ਕੋ ਜਿਸ ਮੈਂ ਫਲ ਰੂਰੇ। ਇਹ ਸ਼ਬਦ ਉਹਨਾਂ ਦਾ ਉਚਾਰਿਆ ਹੋਇਆ, ਇਹਨੂੰ ਪੜਨ ਦਾ ਬੜਾ ਫਲ ਹੈ ਕਹਿਣ ਲੱਗੀ। ਹਾਂਜੀ, ਅਪਰ ਬਹੁਤ ਬਾਣੀ ਬਣੀ ਤਿਨਕੇ ਮੁਖ ਦੁਆਰਾ। ਹੋਰ ਵੀ ਉਹਨਾਂ ਬੜੀ ਬਾਣੀ ਉਚਾਰੀ ਹੈ ਆਪਣੇ ਪਵਿੱਤਰ ਮੁਖ ਤੋਂ। ਹਾਂਜੀ, ਜਿਸ ਕੇ ਪਠਬੇ ਪ੍ਰੇਮ ਤੇ ਭੌਜਲ ਨਿਸਤਾਰਾ। ਜਿਨ੍ਹਾਂ ਨੂੰ ਜਿਸ ਬਾਣੀ ਨੂੰ ਪੜ੍ਹਿਆ ਤੇ ਸੁਣਿਆ ਬੰਦੇ ਦਾ ਭਲਾ ਹੁੰਦਾ ਹੈ। ਹੋਰ ਵੀ ਬੜੀ ਬਾਣੀ ਹੈ ਉਹਨਾਂ ਦੀ। ਹਾਂਜੀ, ਸੁਨਹਿ ਪਠਹਿ ਮੇਰੋ ਪਿਤਾ ਮਨ ਪ੍ਰੇਮ ਵਿਸਾਲਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ।
ਤੇ ਬੀਬੀ ਅਮਰੋ ਜੀ ਪਤਾ ਕੀ ਕਹਿਣ ਲੱਗੇ, ਪਿਤਾ ਜੀ ਮੇਰੇ ਪਿਤਾ ਜੀ ਇਹ ਸ਼ਬਦ ਪੜ੍ਹਦੇ ਹੁੰਦੇ ਆ, ਭਾਵ ਗੁਰੂ ਅੰਗਦ ਦੇਵ ਸਾਹਿਬ, ਉਹ ਬੜੇ ਪਿਆਰ ਨਾਲ ਸ਼ਬਦ ਸੁਣਦੇ ਮਹਾਰਾਜ ਦੇ, ਇਧਰੋਂ ਨਹੀਂ ਜਾਣਾ, ਇਧਰੋਂ ਬੜੇ ਪਿਆਰ ਨਾਲ ਸ਼ਬਦ ਸੁਣਦੇ ਹੁੰਦੇ ਮਹਾਰਾਜ ਦੇ। ਹਾਂਜੀ, ਗਾਏ ਰਬਾਬੀ ਤਿਨਹੋਂ ਢਿੱਗ ਥਿਤ ਦੋਨੋਂ ਕਾਲਾ। ਕਿਉਂ? ਰਬਾਬੀ ਸਾਡੇ ਘਰ ਵਿੱਚ ਆ ਕੇ ਦੋਵੇਂ ਟਾਈਮ ਸ਼ਬਦ ਪੜ੍ਹਦੇ, ਦੋਵੇਂ ਸਮੇਂ ਸਾਡੇ ਘਰ, ਕਿਉਂ ਗੁਰੂ ਘਰ 'ਚ ਹੀ ਰਹਿੰਦੇ ਸਨ ਬੀਬੀ ਅਮਰੋ ਜੀ। ਸਾਡੇ ਘਰ ਵਿੱਚ ਸਵੇਰੇ ਵੀ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਹੁੰਦਾ, ਸ਼ਾਮ ਨੂੰ ਵੀ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਹੁੰਦਾ। ਹਾਂਜੀ, ਸ਼੍ਰੀ ਸਤਿਗੁਰ ਨਾਨਕ ਅਬੈ ਬੈਕੁੰਠ ਪਧਾਰੇ। ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਬੈਕੁੰਠ ਚਲੇ ਗਏ, ਸੱਚਖੰਡ ਚਲੇ ਗਏ ਹਨ। ਹਾਂਜੀ, ਨਿਜ ਸਥਾਨ ਨਿਜ ਜਤ ਦੇ ਮਮ ਪਿਤਾ ਬਿਠਾਰੇ। ਪਰ ਆਪਣੇ ਨਿੱਜੀ ਸਥਾਨ ਤੇ ਆਪਣੀ ਗੱਦੀ ਤੇ ਉਹ ਮੇਰੇ ਪਿਤਾ ਜੀ ਨੂੰ ਬਿਠਾ ਕੇ ਗਏ। ਹਾਂਜੀ, ਤਿਨਹੋਂ ਨਿਕਟ ਤੇ ਕੰਠ ਕਰ ਬਹੁ ਸੁਨਤ ਰਹੰਤੀ। ਮੈਂ ਉਹਨਾਂ ਦੇ ਕੋਲ ਰਹਿੰਦੀ ਇਹ ਸ਼ਬਦ ਸੁਣਦੀ ਹੁੰਨੀ ਸਾਂ, ਮੈਨੂੰ ਚੰਗਾ ਲੱਗਾ ਪਿਤਾ ਜੀ, ਮੈਂ ਕੰਠ ਕਰ ਲਏ ਸ਼ਬਦ। ਹਾਂਜੀ, ਸਤਿਗੁਰ ਗਿਰਾ ਪ੍ਰਚਾਰਤ ਹੈ ਗਨ ਕਿਲ ਵਿਖਹੰਤੀ। ਕਿਉਂ? ਗੁਰੂ ਸਾਹਿਬ ਜੀ ਦੇ ਬਚਨ ਪਾਪ ਕੱਟਣ ਵਾਲੇ ਆ। ਹਾਂਜੀ, ਸੇਵਤ ਸਿੱਖ ਅਨੇਕ ਹੈ ਜਿਨ ਕੇ ਵੱਡ ਭਾਗਾ। ਤੇ ਨੌ ਆਪਣੇ ਸਹੁਰੇ ਨੂੰ ਦੱਸ ਰਹੀ, ਪਿਤਾ ਜੀ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਨਾ, ਉਹ ਫਿਰ ਗੁਰੂ ਘਰ ਵਿੱਚ ਆ ਕੇ ਬਾਣੀ ਪੜ੍ਹਦੇ ਆ। ਹਾਂਜੀ, ਸਰਬ ਵਿਕਾਰਨ ਤਿਆਗ ਕੈ ਮਨ ਸਿਮਰਨ ਜਾਗਾ। ਉਹਨਾਂ ਦੇ ਮਨ ਵਿੱਚ ਸਿਮਰਨ ਨਾਲ ਪਿਆਰ ਪੈਦਾ ਹੋ ਜਾਂਦਾ, ਭਜਨ ਕਰਨ ਦਾ ਜੀ ਕਰਨ ਲੱਗ ਪੈਂਦਾ ਉਹਨਾਂ ਦਾ। ਹਾਂਜੀ, ਸੁਨਤ ਅਮਰ ਬੋਲੇ ਬਹਰ ਦੁਹਤਾ ਸੁਨ ਲੀਜੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਬੀਬੀ ਅਮਰੋ ਜੀ ਦਾ ਨਾਮ ਵੀ ਅਮਰੋ ਹੈ, ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਵੀ ਅਮਰਦਾਸ ਹੈ। ਨਾਮ ਤੇ ਇੱਕੋ ਹੀ ਹੈਗਾ ਜੀ। ਉਹਨਾਂ ਦਾ ਬੀਬੀਆਂ ਵਾਲਾ ਅਮਰੋ, ਇਹਨਾਂ ਦਾ ਪੁਰਸ਼ਾਂ ਵਾਲਾ ਅਮਰਦਾਸ ਹੈ ਜੀ। ਕਹਿਣ ਲੱਗੇ ਮੇਰੀਏ ਬੱਚੀਏ, ਹੁਣ ਮੇਰੀ ਗੱਲ ਸੁਣ ਧਿਆਨ ਨਾਲ। ਹਾਂਜੀ, ਮੇਰੇ ਪਰ ਉਪਕਾਰ ਇਹੋ ਕਰੁਣਾ ਕਰ ਕੀਜੈ। ਮੇਰੇ ਤੇ ਮਿਹਰ ਕਰ ਤੇ ਕਿਰਪਾ ਕਰ ਇੱਕ। ਹਾਂਜੀ, ਲੇਹੋ ਸੰਗ ਤਹ ਕੋ ਚੱਲਹੁ ਦਿਓ ਮੋਹਿ ਮਿਲਾਈ। ਮੈਨੂੰ ਆਪਣੇ ਨਾਲ ਲੈ, ਕਿਰਪਾ ਕਰ ਤੇ ਮੈਨੂੰ ਆਪਣੇ ਪਿਤਾ ਨਾਲ ਮਿਲਾ ਦੇ। ਕਹਿਣ ਲੱਗੇ ਮੈਂ ਤੇਰੇ ਪਿਤਾ ਨਾਲ ਮਿਲਣਾ ਚਾਹੁੰਦਾ। ਵੇਖ ਲਓ ਵਿਆਹ ਵਿੱਚ ਮਿਲੇ ਹੋਣਗੇ, ਪਰ ਉਦੋਂ ਪਤਾ ਨਹੀਂ ਸੀ ਵੀ ਇਹ ਕੌਣ ਹੈ। ਹਾਂਜੀ, ਦਰਸ਼ਨ ਕੀ ਪਿਆਸਾ ਲਗੀ ਅਬ ਰਹਿਓ ਨਾ ਜਾਈ। ਧੀਏ ਮੇਰੇ ਕੋਲੋਂ ਹੁਣ ਰਿਹਾ ਨਹੀਂ ਜਾਂਦਾ, ਮੇਰੇ ਤੇ ਕਿਰਪਾ ਕਰ ਤੇ ਮੈਨੂੰ ਲੈ ਚੱਲ ਕਿਸੇ ਤਰੀਕੇ ਨਾਲ। ਬਿਰਧ ਅਨਾਥ ਅਜਾਨ ਮੈਂ ਸਮਰੱਥ ਤੇ ਹੀਨਾ। ਮੈਂ ਬਿਰਧ ਆਂ, ਅਣਜਾਣ ਆਂ, ਅਨਾਥ ਆਂ, ਮੈਨੂੰ ਕੁਝ ਨਹੀਂ ਪਤਾ, ਕਿਰਪਾ ਕਰ ਤੇ ਮੈਨੂੰ ਲੈ ਚੱਲ। ਮਰਤ ਮੋਹੇ ਜੀਵਾ ਇਹ ਹੈ ਸੁਤਾ ਪ੍ਰਬੀਨਾ। ਮੈਂ ਸਮਝ ਮਰ ਰਿਹਾ, ਤੂੰ ਜਿਉਂਦਾ ਕਰ ਸਕਦੀ ਹੈ, ਮੈਨੂੰ ਗੁਰੂ ਕੋਲ ਲੈ ਜਾ ਕੇ। ਹਾਂਜੀ, ਸੁਨ ਅਮਰੋ ਨੇ ਪੁਨ ਭਨਿਓ ਤੁਮ ਬਿਰਧ ਹਮਾਰੇ। ਬੀਬੀ ਅਮਰੋ ਜੀ ਕਹਿਣ ਲੱਗੇ ਜੀ ਤੁਸੀਂ ਬਜ਼ੁਰਗ ਹੋ, ਮੇਰੀ ਗੱਲ ਸੁਣੋ ਧਿਆਨ ਨਾਲ। ਹਾਂਜੀ, ਕਿਉਂ ਨਹਿ ਮਾਨੋ ਬੈਨ ਕੋ ਮੈਂ ਬਿਨਾ ਵਿਚਾਰੇ। ਤੁਹਾਡਾ ਹੁਕਮ ਤੇ ਮੈਂ ਬਿਨਾ ਕਿਸੇ ਵਿਚਾਰ ਕੀਤਿਆਂ ਪਾਲਾਂਗੀ, ਪਰ ਇੱਕ ਗੱਲ ਹੈਗੀ ਹੈ। ਹਾਂਜੀ, ਮੁਕ ਹੋ ਸਸੁਰ ਸਥਾਨ ਹੋ ਸਮ ਪਿਤਾ ਵਿਚਾਰੋ। ਤੁਸੀਂ ਮੇਰੇ ਸਸੁਰ ਹੋ, ਮੇਰੇ ਸਹੁਰੇ ਹੋ, ਮੇਰੇ ਵਾਸਤੇ ਮੇਰੇ ਬਾਪ ਹੋ, ਮੇਰੇ ਪਿਤਾ ਹੋ। ਹਾਂਜੀ, ਇੱਕ ਪ੍ਰੰਤੂ ਮੈਂ ਡਰਤ ਹਾਂ ਬਿਨ ਕਹੈ ਪਧਾਰੋ। ਪਰ ਮੇਰੇ ਪਿਤਾ ਨੇ ਜਦੋਂ ਮੈਂ ਪੇਕੇ ਘਰੋਂ ਤੁਰਨ ਲੱਗੀ ਸਾਂ ਨਾ, ਤੇ ਮੈਨੂੰ ਇੱਕ ਸਿੱਖਿਆ ਦਿੱਤੀ ਸੀ, ਧੀਏ ਜਦੋਂ ਸੱਦਾਂਗੇ ਉਦੋਂ ਹੀ ਆਵੀਂ, ਐਵੇਂ ਆਪੇ ਨਾ ਤੋਰਾਈ। ਤੇ ਅੱਜ ਕੱਲ ਕੀ ਕਰਦੀਆਂ ਜੀ, ਉਹ ਵੀ ਪਤਾ ਜੀ ਤੁਹਾਨੂੰ। ਜਦੋਂ ਸੱਦਾਂਗੇ ਉਦੋਂ ਹੀ ਆਵੀਂ, ਉਦੋਂ ਹੀ ਆਵੀਂ। ਅੱਜ ਕੱਲ ਛੱਡ ਹੀ ਦਿਓ ਜੀ ਗੱਲਾਂ, ਆ ਰੱਖੜੀ ਆ ਗਈ ਵੇਖਿਓ ਪਹੁੰਚਦੀਆਂ ਜੀ। ਹਾਂਜੀ, ਛੱਡ ਹੀ ਦਿਓ ਗੱਲਾਂ ਜੀ। ਚਲੋ ਗੁਰੂ ਘਰ ਵਿੱਚ ਇਹ ਤਿਉਹਾਰ ਹੈ ਨਹੀਂ, ਇਹ ਤੇ ਬਾਅਦ ਦੀ ਗੱਲ ਹੈ, ਪਰ ਮੈਂ ਸਮਾਜਿਕ ਗੱਲ ਕਰ ਰਿਹਾ।
ਬਸ ਜਦੋਂ ਜੀ ਕੀਤਾ, ਸਹੁਰਿਆਂ ਦਾ ਅਦਬ ਨਹੀਂ ਹੈਗਾ, ਡਰ ਨਹੀਂ ਹੈਗਾ, ਤੇ ਪੇਕੇ ਤੁਰ ਪਏ ਜੀ। ਮਾੜੀ ਜੀ ਸੱਸ ਨੇ ਗੱਲ ਕਰਤੀ, ਪੇਕੇ ਤੁਰ ਪਏ ਜੀ। ਮਾੜੀ ਜੀ ਪਤੀ ਨੇ ਗੱਲ ਕਰਤੀ, ਪੇਕੇ ਤੁਰ ਪਏ ਜੀ। ਤੇ ਪੇਕਿਆਂ ਦਾ ਕਸੂਰ ਹੈ ਜਿਹੜੇ ਆਈਆਂ ਨੂੰ ਸਾਂਭ ਲੈਂਦੇ ਐ। ਪਿਆਰਿਓ, ਸਾਂਭਣਾ ਨਹੀਂ ਚਾਹੀਦਾ, ਆਖਣਾ ਚਾਹੀਦਾ ਧੀਏ ਹੁਣ ਤੇਰਾ ਘਰ ਉਹ ਹੀ ਹੈ, ਉੱਥੇ ਚੱਲ। ਬੀਬੀ ਅਮਰੋ ਜੀ ਕਹਿੰਦੀ ਜੀ ਮੈਂ ਤੁਹਾਨੂੰ ਲੈ ਤੇ ਜਾਂਦੀ ਆਪਣੇ ਪਿਤਾ ਕੋਲ, ਪਰ ਮੇਰੇ ਪਿਤਾ ਦਾ ਹੁਕਮ ਹੈ ਜਦੋਂ ਸੱਦਾਂਗੇ ਉਦੋਂ ਹੀ ਆਵੀਂ, ਆਪੇ ਨਾ ਆਵੀਂ। ਕੁਝ ਮਰਜ਼ਾਦਾਵਾਂ ਹੁੰਦੀਆਂ ਸਨ ਸੰਗਤ ਜੀ। ਪਿਓ ਧੀ ਦੇ ਸਹੁਰੇ ਜਾ ਕੇ ਪਾਣੀ ਨਹੀਂ ਸੀ ਪੀਂਦਾ ਹੁੰਦਾ ਜੀ। ਉਹਨੇ ਕਹਿਣਾ ਨਹੀਂ, ਧੀ ਦਾ ਘਰ ਹੈ, ਬੋਝ ਨਹੀਂ ਪਾਉਣਾ। ਕੁਝ ਮਰਿਆਦਾਵਾਂ ਸਨ ਤੇ ਬੜੀਆਂ ਚੰਗੀਆਂ ਸਨ। ਹੁਣ ਜਿਹੜਾ ਅੱਜ ਕੱਲ੍ਹ ਇਹਨਾਂ ਗੱਲਾਂ ਨੂੰ ਮੰਨੇ ਉਹਨੂੰ ਕਹਿੰਦੇ ਜੀ ਇਹ ਬੈਕਵਰਡ ਹੈ, ਪਿਛਲੇ ਜ਼ਮਾਨੇ ਦਾ ਹੈ। ਪਰ ਸੁਣ ਲਓ ਬੀਬੀ ਅਮਰੋ ਜੀ ਨੇ ਕੀ ਕਿਹਾ। ਹਾਂਜੀ, ਪਿਤ ਸਤਿਗੁਰ ਕੋ ਅਦਬ ਸੋਂਦਰ ਸੰਤਾ। ਤੇ ਮੇਰਾ ਵੀ ਜੀ ਕਰਦਾ ਆਪਣੇ ਪਿਤਾ ਜੀ ਦੇ ਦਰਸ਼ਨ ਕਰਾਂ। ਮੇਰੇ ਪਿਤਾ ਜੀ ਗੁਰੂ ਨੇ, ਮੈਂ ਵੀ ਦਰਸ਼ਨ ਕਰਾਂ। ਹਾਂਜੀ, ਤਿੰਨ ਰਜ਼ਾਏ ਮੈਂ ਨਿਤ ਰਹੂੰ, ਬਹੁ ਕਰੂੰ ਪ੍ਰਸੰਨਾ। ਪਰ ਮੈਂ ਉਹਨਾਂ ਦੇ ਹੁਕਮ 'ਚ ਰਹਿੰਦੀ ਹਾਂ, ਆਪਣੇ ਪਿਤਾ ਦੇ ਹੁਕਮ 'ਚ ਰਹਿੰਦੀ ਹਾਂ। ਤੇ ਮੇਰੇ ਪਿਤਾ ਨੇ ਸਮਝਾਇਆ ਸੱਦਾਂਗੇ ਤੇ ਆਵੇਂ। ਹਾਂਜੀ, ਜਾਵੋ ਨਿਕਟ ਨਾ ਬਿਨ ਕਹੇ, ਬਿਨ ਬਿਦਾ ਨਾ ਆਵੋ। ਤੇ ਜਾਵੋ ਨਿਕਟ ਨਾ ਬਿਨ ਕਹੇ, ਮੈਂ ਹੁਣ ਐਵੇਂ ਨਹੀਂ ਜਾ ਸਕਦਾ। ਉਹਨਾਂ ਸੱਦਿਆ ਨਹੀਂ ਮੈਨੂੰ, ਮੈਂ ਕਿਵੇਂ ਜਾਵਾਂ? ਵੇਖ ਲਓ, ਪੇਕੇ ਜਾਣਾ ਆਪਣੇ, ਉਹਨਾਂ ਸੱਦਿਆ ਨਹੀਂ ਹੈ ਤੇ ਇੱਧਰੋਂ ਮੈਨੂੰ ਵਿਦਾ ਨਹੀਂ ਕੀਤਾ, ਮੈਂ ਕਿਵੇਂ ਜਾਵਾਂ? ਹਾਂਜੀ, ਰਿਸ ਕਰ ਕੁਛ ਨੈ ਕਹਬ ਕਹੈ, ਜਾਤੇ ਡਰ ਪਾਵੋ। ਮੈਨੂੰ ਡਰ ਲੱਗਦਾ ਮੇਰੇ ਪਿਤਾ ਜੀ ਗੁਰੂ ਨੇ ਕਿਤੇ ਬਚਨ ਹੀ ਨਾ ਕੋਈ ਕਰ ਦੇਣ ਮੈਨੂੰ ਆਈ ਨੂੰ ਵੇਖ ਕੇ, ਇਸ ਕਰਕੇ ਡਰ ਲੱਗਦਾ। ਹਾਂਜੀ, ਸੁਨ ਬੋਲੇ ਸ਼੍ਰੀ ਅਮਰ ਜੀ, ਤੂੰ ਮਤ ਕਰ ਚਿੰਤਾ। ਪਰ ਅਮਰਦਾਸ ਮਹਾਰਾਜ ਵੀ ਤਾਂ ਸਹੁਰੇ ਹੈ, ਕਹਿ ਸਕਦੇ, ਉਹ ਵੀ ਪਿਤਾ ਦੀ ਥਾਂ ਤੇ। ਕਹਿੰਦੇ ਬੱਚੀਏ ਤੂੰ ਇਸ ਗੱਲ ਦੀ ਚਿੰਤਾ ਨਾ ਕਰ। ਹਾਂਜੀ, ਅੰਤਰਜਾਮੀ ਘਟਨ ਕੇ ਹੋਏ ਜੇ ਭਗਵੰਤਾ। ਤੇਰੇ ਪਿਤਾ ਜੀ ਗੁਰੂ ਨੇ ਅੰਤਰਜਾਮੀ ਹੈ, ਉਹਨਾਂ ਨੂੰ ਪਤਾ ਵੀ ਤੂੰ ਕਿਉਂ ਆਈ ਹੈ। ਹਾਂਜੀ, ਤਾਉ ਨਾ ਕਰਹਿ ਮਨ ਭੰਗ ਕੋ, ਹੇਰੈ ਮਨ ਪ੍ਰੇਮਾ। ਇਸ ਕਰਕੇ ਉਹ ਤੈਨੂੰ ਕੋਈ ਬਚਨ ਨਹੀਂ ਕਰਨਗੇ, ਕੁਝ ਕਹਿਣਗੇ ਨਹੀਂ ਉਹ। ਤੇ ਤੂੰ ਮੇਰੇ ਆਖਿਆ ਇੱਕ ਵਾਰ ਮੈਨੂੰ ਲੈ ਚੱਲ ਉੱਥੇ। ਵੇਖ ਲਓ ਸਹੁਰੇ ਨੂੰ ਖੜਨਾ ਉੱਥੇ, ਪਰ ਕਿੰਨੀ ਵਿਚਾਰ ਹੋ ਰਹੀ ਹੈ। ਹਾਂਜੀ, ਦਾਸ ਜਾਨ ਢਿਗ ਰਾਖ ਹੈ, ਦਹਿ ਹੈ ਮਨ ਛੇਮਾ। ਉਹ ਮੈਨੂੰ ਆਪਣਾ ਸੇਵਕ ਜਾਣ ਕੇ ਮੈਨੂੰ ਰੱਖ ਲੈਣਗੇ ਤੇ ਮੇਰਾ ਕਲਿਆਣ ਕਰ ਦੇਣਗੇ। ਰਿਸ਼ਤੇਦਾਰੀ ਵੇਖ ਲਓ, ਇਹ ਲੜਕੇ ਵਾਲੇ ਤੋਂ ਲੜਕੀ ਵਾਲੇ, ਤੇ ਲੜਕੇ ਵਾਲੇ ਆਪਣੇ ਆਪ ਨੂੰ ਵੱਡੇ ਕਹਿੰਦੇ ਜੀ, ਪਰ ਬਾਬਾ ਅਮਰਦਾਸ ਜੀ ਆਪਣੇ ਆਪ ਨੂੰ ਨੀਵਾਂ ਕਹਿ ਰਹੇ। ਕਿਉਂ? ਇੱਥੇ ਰਿਸ਼ਤੇਦਾਰੀ ਦੀ ਗੱਲ ਨਹੀਂ ਹੋ ਰਹੀ, ਇੱਥੇ ਗੁਰੂ ਤੇ ਸਿੱਖ ਦੀ ਗੱਲ ਹੋ ਰਹੀ ਹੈ। ਹਾਂਜੀ, ਬ੍ਰਿਧ ਬਿਨੈ ਸੁਨ ਦੀਨ ਕੀ, ਅਮਰੋ ਕਰ ਤਿਆਰੀ। ਬਸ ਫਿਰ ਕੀ ਸੀਗਾ ਜੀ, ਆਪਣੇ ਸਹੁਰੇ ਦੀ ਆਗਿਆ ਲੈ ਕੇ ਬੀਬੀ ਅਮਰੋ ਜੀ ਨੇ ਪੇਕੇ ਘਰ ਜਾਣ ਦੀ ਤਿਆਰੀ ਕੀਤੀ ਜੀ। ਹਾਂਜੀ, ਝੀਵਰ ਲੀਏ ਹਕਾਰ ਕੈ, ਚੜ ਕਰ ਅਸਵਾਰੀ। ਝੀਵਰ ਸੱਦ ਲਏ, ਉਹਨਾਂ ਡੋਲੀ ਚੁੱਕ ਲਈ, ਬੀਬੀ ਅਮਰੋ ਜੀ ਡੋਲੀ ਵਿੱਚ ਬੈਠ ਗਏ। ਹਾਂਜੀ, ਚੱਲੇ ਪੰਥ ਸ਼ੁਭ ਸ਼ਗੁਨ ਤੇ, ਸ਼ੁਭ ਬਹੀ ਸਮੀਰਾ। ਹਾਂਜੀ, ਪਰਖਤ ਹਰਖਤ ਚਿਤ ਮੈਂ, ਹੋਏ ਕਾਜ ਹਗੀਰਾ। ਹਾਂਜੀ, ਸਨੇ ਸਨੇ ਮਾਰਗ ਚਲੇ, ਪ੍ਰਿਖ ਗਾਮ ਖਡੂਰਾ। ਤੇ ਬਾਬਾ ਅਮਰਦਾਸ ਜੀ ਵੀ ਪਿੱਛੇ ਪਿੱਛੇ ਤੁਰ ਪਏ। ਕਹਿਣ ਲੱਗੇ ਧੀਏ ਤੂੰ ਪੁੱਛੀ ਵੀ ਮੈਂ ਆ ਜਾ, ਤੇ ਜਦੋਂ ਤੂੰ ਪੁੱਛੇਂਗੀ ਤੇ ਮੈਂ ਉਸੇ ਵੇਲੇ ਫਿਰ ਆਵਾਂਗਾ ਮਰਿਆਦਾ ਨਾਲ। ਤੇ ਬੀਬੀ ਅਮਰੋ ਜੀ ਵਿੱਚ ਬੈਠ ਗਏ ਹੈ, ਹਵਾ ਚੱਲ ਰਹੀ ਹੈ, ਹੌਲੀ ਹੌਲੀ ਸਾਧ ਸੰਗਤ ਜੀ ਪਹੁੰਚ ਗਏ ਖਡੂਰ ਸਾਹਿਬ। ਹਾਂਜੀ, ਬੀਬੀ ਅਮਰੋ ਤਬ ਕਹਿਓ, ਪਿਤ ਸਤਿਗੁਰ ਪੂਰਾ। ਤੇ ਜਦੋਂ ਖਡੂਰ ਸਾਹਿਬ ਪਿੰਡ ਵੇਖਿਆ ਤੇ ਬੀਬੀ ਅਮਰੋ ਜੀ ਆਪਣੇ ਸਹੁਰਾ ਸਾਹਿਬ ਨੂੰ ਕਹਿਣ ਲੱਗੇ। ਹਾਂਜੀ, ਗ੍ਰਾਮ ਨਿਕਟ ਕਰ ਬੈਠੀਏ, ਮੈਂ ਜਾਉ ਅਗਾਰੀ। ਕਹਿਣ ਲੱਗੇ ਪਿਤਾ ਜੀ ਗੁਰੂ ਸਾਹਿਬ ਪੂਰੇ ਹੈ, ਮੈਂ ਪਹਿਲਾਂ ਖਡੂਰ ਸਾਹਿਬ ਜਾਵਾਂਗੀ, ਤੁਸੀਂ ਲਾਗੇ ਇੱਕ ਪਿੰਡ ਵਿੱਚ ਬੈਠ ਜਾਓ। ਹਾਂਜੀ, ਪਿਖ ਸੁਭਾਵ ਸਤਿਗੁਰੂ ਕੋ, ਪੁਨ ਲਿਹੋ ਹੰਕਾਰੀ। ਮੈਂ ਵੇਖਾਂਗੀ ਪੁਨ ਲਿਹੋ ਹਕਾਰੀ, ਮੈਂ ਵੇਖਾਂਗੀ
ਉਹ ਖੁਸ਼ ਨੇ। ਜਦੋਂ ਮੈਂ ਪ੍ਰਸੰਨ ਉਹਨਾਂ ਦਾ ਮਾਹੌਲ ਵੇਖਾਂਗੀ ਫਿਰ ਤੁਹਾਨੂੰ ਸੱਦ ਲਵਾਂਗੀ। ਆਗਿਆ ਕਰਹਿ ਪ੍ਰਸੰਨ ਹੋਏ ਪੁੱਛੋਂ ਜਬ ਜਾਈ। ਮੈਂ ਫਿਰ ਪ੍ਰਸੰਨ ਹੋਣਗੇ ਤੇ ਪੁੱਛਾਂਗੀ ਵੀ ਮੇਰੇ ਨਾਲ ਮੇਰੇ ਸਹੁਰਾ ਪਿਤਾ ਜੀ ਆਏ ਆ, ਉਹ ਤੁਹਾਨੂੰ ਮਿਲਣਾ ਚਾਹੁੰਦੇ ਆ। ਹਾਂਜੀ, ਮਿਲਹੋਂ ਬਹੁਰ ਢਿਗ ਰਹੋਂ ਤਿਨਹਿ ਲਖ ਚਲੋਂ ਰਜ਼ਾਈ। ਤੇ ਫਿਰ ਮੈਂ ਤੁਹਾਨੂੰ ਲੈ ਚੱਲਾਂਗੀ, ਫਿਰ ਤੁਸੀਂ ਮਿਲ ਲਿਓ। ਵੇਖ ਲਓ ਕਿੰਨੀ ਮਰਿਆਦਾ ਜੀ, ਗੁਰੂ ਵਾਲੀ ਮਰਿਆਦਾ ਵੀ ਪੂਰੀ ਰੱਖੀ, ਪਿਤਾ ਵਾਲੀ ਵੀ ਪੂਰੀ ਰੱਖੀ ਤੇ ਸਹੁਰਿਆਂ ਵਾਲੀ ਵੀ ਪੂਰੀ ਰੱਖੀ ਜੀ। ਧੰਨ ਨੇ ਬੀਬੀ ਅਮਰੋ ਜੀ। ਹਾਂਜੀ, ਇਮ ਧੀਰਜ ਦੇ ਕਰ ਚੱਲ ਪਏ ਚਲ ਗਈ ਅਗਾਰੇ। ਇਹ ਕਹਿ ਕੇ ਬੀਬੀ ਅਮਰੋ ਜੀ ਇਕੱਲੇ ਹੀ ਅੱਗੇ ਤੁਰ ਪਏ। ਹਾਂਜੀ, ਪਿਤਾ ਸਾਥ ਹਿਤ ਕਰ ਮਿਲੀ ਬੜ ਸ਼ਰਧਾ ਧਾਰੇ। ਤੇ ਸਹੁਰਾ ਨੂੰ ਆਪਣੇ ਸਾਧ ਸੰਗਤ ਜੀ ਤਾਏ ਸਹੁਰੇ ਨੂੰ ਬਿਠਾ ਦਿੱਤਾ ਰਸਤੇ ਵਿੱਚ। ਪਿਤਾ ਸਾਥ ਹਿਤ ਕਰ ਮਿਲੀ ਬੜ ਸ਼ਰਧਾ ਧਾਰੇ। ਤੇ ਜਾ ਕੇ ਬੜੀ ਸ਼ਰਧਾ ਨਾਲ ਬੀਬੀ ਅਮਰੋ ਜੀ ਨੇ ਆਪਣੇ ਪਿਤਾ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ। ਹਾਂਜੀ, ਘਰ ਅੰਤਰ ਬੈਠੀ ਨਿਕਟ ਗੁਰੂ ਅੰਤਰ ਜਾਮੀ। ਤੇ ਜਾ ਕੇ ਬੈਠ ਗਏ ਅੰਦਰ। ਉਧਰੋਂ ਮਹਾਰਾਜ ਵੀ ਅੰਤਰਜਾਮੀ ਗੁਰੂ ਅੰਗਦ ਸਾਹਿਬ। ਪਤਾ ਕੀ ਕਹਿੰਦੇ? ਹਾਂਜੀ, ਕਹਿਓ ਬੁਲਾਇਓ ਤੁਝ ਨਹੀਂ ਆਈ ਕਿ ਮਕਾਮੀ। ਕਹਿਣ ਲੱਗੇ ਅਮਰੋ ਤੈਨੂੰ ਅਸੀਂ ਸੱਦਾ ਨਹੀਂ ਸੀ ਭੇਜਿਆ, ਤੂੰ ਕਿਉਂ ਆਈ ਹੈ? ਸੱਦਾ ਨਹੀਂ ਸੀ ਭੇਜਿਆ, ਤੈਨੂੰ ਆਖਿਆ ਸੀ ਸੱਦਾਂਗੇ ਫੇਰ ਆਵੀਂ। ਹਾਂਜੀ, ਬਨ ਹੈ ਨਾ ਆਵਨ ਬਿਨ ਭਏ ਕਿਉਂ ਚੱਲ ਕਰ ਆਏ। ਇਹ ਤੇ ਆਉਣ ਦੀ ਮਰਿਆਦਾ ਨਹੀਂ ਹੈਗੀ ਤੇ ਫਿਰ ਕਿਉਂ ਆਈ ਹੈ ਹੁਣ? ਹਾਂਜੀ, ਜਿਨਹੋਂ ਸੰਗ ਆਨਿਓ ਹੋਤੋ ਤਿਸ ਕਿਉਂ ਵਾਹ ਨਹਿ ਵਾਹ। ਲਿਆਏ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ, ਗੱਜ ਕੇ ਵਾਹਿਗੁਰੂ। ਪਤਾ ਮਹਾਰਾਜ ਫਿਰ ਕੀ ਕਹਿੰਦੇ? ਕਹਿੰਦੇ ਹੁਣ ਬਿਨਾਂ ਸੱਦਿਆ ਆ ਤੇ ਗਈ ਐ, ਤੇ ਜਿਹਨੂੰ ਨਾਲ ਲਿਆਂਦਾ ਉਹਨੂੰ ਰਾਹ 'ਚ ਕਿਉਂ ਛੱਡ ਆਈ ਐ? ਉਹਨੂੰ ਰਾਹ 'ਚ ਹੀ ਛੱਡ ਆਈ ਐ, ਮਹਾਰਾਜ ਕਹਿਣ ਲੱਗੇ। ਹਾਂਜੀ, ਕਹਿਓ ਜੋਰ ਕਰ ਜਾਏ ਮੈਂ ਆਨੋ ਅਬ ਪਾਸਾ। ਬੇਬੇ ਅਮਰੋ ਜੀ ਖੁਸ਼ ਹੋ ਗਏ ਜੀ ਗੱਲ ਸੁਣ ਕੇ, ਹੱਥ ਜੋੜੇ। ਮਹਾਰਾਜ ਮੈਂ ਹੁਣੇ ਲੈ ਕੇ ਆਈ ਉਹਨਾਂ ਨੂੰ। ਹਾਂਜੀ, ਆਇਸ ਬਿਨ ਨਹਿ ਮਿਲ ਸਕਹਿ ਬਹੁ ਧਰੇ ਹੁਲਾਸਾ। ਕਿਉਂਕਿ ਤੁਹਾਡੀ ਆਗਿਆ ਚਾਹੀਦੀ ਸੀ ਮਹਾਰਾਜ, ਉਹ ਤੇ ਤੁਹਾਨੂੰ ਮਿਲਣ ਨੂੰ ਉਤਾਵਲੇ ਹੈ। ਹਾਂਜੀ, ਗਈ ਆਪ ਹੀ ਉੱਠ ਬਹੁਰ ਤਿਸ ਜਾਏ ਹਕਾਰਾ। ਤੇ ਬੇਬੇ ਅਮਰੋ ਜੀ ਆਪ ਗਏ ਤੇ ਜਾ ਕੇ ਆਪਣੇ ਤਾਇਆ ਸਹੁਰਾ ਜੀ ਨੂੰ ਬੁਲਾਉਣ ਵਾਸਤੇ ਬਾਜ ਮਾਰੇ, ਪਿਤਾ ਜੀ ਆ ਜਾਓ। ਹਾਂਜੀ, ਰਿਦੇ ਆਨੰਦ ਬਿਲੰਦ ਧਰ ਪਹੁੰਚਿਓ ਦਰਬਾਰਾ। ਬਸ ਬਾਬਾ ਅਮਰਦਾਸ ਜੀ ਬੜਾ ਆਨੰਦ ਧਾਰਨ ਕਰਕੇ ਪਹਿਲੀ ਵਾਰੀ ਗੁਰੂ ਦਰਬਾਰ ਵਿੱਚ ਆਏ ਜੀ। ਇਹ ਨਹੀਂ ਸੀ ਪਤਾ ਵੀ ਮਾਲਕ ਹੀ ਬਣ ਜਾਣਾ ਜੀ। ਹਾਂਜੀ, ਦਰਸ਼ਨ ਕੀਨਸ ਜਾਏ ਕੈ ਮੁਖ ਕਮਲ ਪਿਕਾਸਾ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਅੰਦਰ ਗਏ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬੈਠੇ ਆ, ਜਾ ਕੇ ਦਰਸ਼ਨ ਕੀਤੇ। ਰਾਗ ਦਵੈਸ਼ ਸੁਖ ਦੁਖ ਬਿਖੈ ਬ੍ਰਿਤ ਜਿਨੋ ਉਦਾਸਾ। ਜਿਸ ਗੁਰੂ ਅੰਗਦ ਸਾਹਿਬ ਜੀ ਦੀ ਬਿਰਤੀਆਂ ਇੱਕ ਬਰਾਬਰ ਹੈ, ਨਾ ਰਾਗ ਹੈ ਨਾ ਦਵੈਸ਼ ਹੈ। ਹਾਂਜੀ, ਲਖ ਸਤਿਗੁਰ ਸੰਬੰਧ ਕੋ ਹੋਏ ਸਤਿਗੁਰ ਠੰਡੇ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਵੇਖਿਆ ਵੀ ਸਾਡੀ ਬੱਚੀ ਦੇ ਤਾਇਆ ਸਹੁਰਾ ਜੀ ਹੈ, ਸਨਮਾਨ ਕਰਨ ਵਾਸਤੇ ਨਾ ਉੱਠ ਕੇ ਇੰਜ ਖਲੋਤੇ ਜੀ, ਗਲੇ ਮਿਲਣ ਵਾਸਤੇ। ਰਿਸ਼ਤੇਦਾਰੀ ਵੀ ਹੈ ਨਾ। ਹਾਂਜੀ, ਗੱਲ ਮਿਲਬੇ ਕਹੋ ਤਿਆਰ ਭੇ ਪਟ ਤੇ ਕਰ ਕਾਢੇ। ਪਿਆਰਿਓ ਐ ਚਾਦਰ ਚੋਂ, ਠੰਡ ਦੇ ਦਿਨ ਸਨ, ਬੁੱਕਲ ਚੋਂ ਹੱਥ ਬਾਹਰ ਕੱਢੇ ਗਲੇ ਮਿਲਣ ਵਾਸਤੇ। ਹਾਂਜੀ, ਚਰਨ ਗਏ ਸ਼੍ਰੀ ਅਮਰਤਬ ਵਾਹ ਬੰਧਨ ਕੋ ਠਾਨੀ। ਪਰ ਗੁਰੂ ਅਮਰਦਾਸ ਸਾਹਿਬ, ਬਾਬਾ ਅਮਰਦਾਸ ਜੀ, ਪਿਆਰਿਓ ਵੇਖ ਲੋ ਸਮਤ। ਮਹਾਰਾਜ ਨੇ ਤੇ ਗਲੇ ਲਾਉਣਾ ਚਾਹਿਆ ਪਰ ਉਹ ਗਲੇ ਨਹੀਂ ਲੱਗੇ ਤੇ ਚਰਨ ਫੜ ਲਏ ਜੀ, ਚਰਨ ਫੜ ਲਏ, ਮੱਥਾ ਟੇਕਿਆ। ਹਾਂਜੀ, ਉਚਿਤ ਨਹੀਂ ਘਰ ਮਿਲਨ ਕੇ ਲਿਓ ਦਾਸ ਪਛਾਨੀ। ਕਹਿਣ ਲੱਗੇ ਮਹਾਰਾਜ, ਚਰਨ ਫੜ ਕੇ ਕਹਿੰਦੇ ਮਹਾਰਾਜ ਮੇਰੀ ਕੀ ਸਮਰੱਥਾ ਹੈ, ਮੈਂ ਆਪ ਜੀ ਦੇ ਗਲੇ ਲੱਗਾ, ਤੁਸੀਂ ਗੁਰੂ ਤੇ ਮੈਂ ਆਮ ਬੰਦਾ। ਲਿਹੋ ਦਾਸ ਪਛਾਨੀ। ਮਹਾਰਾਜ ਮੈਨੂੰ ਆਪਣਾ ਸੇਵਕ ਜਾਣੋ, ਆਪਣਾ ਸੇਵਾਦਾਰ ਜਾਣੋ। ਹਾਂਜੀ, ਕੁਸ਼ਲ ਸ਼ੇਮ ਸਭ ਪੂਛ ਕੈ ਨਿਜ ਨਿਕਟ ਬਿਠਾਇਓ। ਤੇ ਗਲੇ ਨਹੀਂ ਮਿਲੇ ਜੀ, ਗਲੇ ਨਹੀਂ ਮਿਲੇ। ਮਹਾਰਾਜ ਨੇ ਰਾਜੀ ਖੁਸ਼ੀ ਪੁੱਛੀ, ਆਪਣੇ ਕੋਲ ਬਿਠਾ ਲਿਆ।
ਹਾਂਜੀ। ਅਪਰਬਾਤ ਕੁਛ ਜਗਤ ਕੀ ਬੂਝਤ ਹਰ ਖਾਇਓ। ਹੋਰ ਜਗਤ ਬਾਰੇ ਕੁਝ ਗੱਲਾਂ ਕੀਤੀਆਂ, ਬਚਨ ਬਿਲਾਸ ਹੋਏ। ਤੇ ਪਿਆਰਿਓ, ਬਾਬਾ ਅਮਰਦਾਸ ਜੀ ਕਹਿਣ ਲੱਗੇ, ਜੀ ਮੈਂ ਲੜਕੇ ਵਾਲਾ ਬਣ ਕੇ ਨਹੀਂ ਆਇਆ, ਮੈਂ ਅਮਰੋ ਦਾ ਸਹੁਰਾ ਬਣ ਕੇ ਨਹੀਂ ਆਇਆ, ਮੈਂ ਤੇ ਇੱਕ ਸੇਵਕ ਬਣ ਕੇ ਆਇਆ ਤੁਹਾਡਾ ਸਿੱਖ ਬਣਨ ਵਾਸਤੇ। ਵੇਖ ਲਓ, ਇਸ ਘਰ ਵਿੱਚ ਨਿਮਰਤਾ ਚੱਲਦੀ ਜੀ, ਮਾਣ ਹੰਕਾਰ ਹਉਮੈ ਨਹੀਂ ਚੱਲਦੀ ਜੀ। ਬੰਦਾ ਐਵੇਂ ਫੁੱਲਿਆ ਫਿਰੇ ਜੀ, ਹੋਵੇ ਕੁਝ ਵੀ ਨਾ, ਐਵੇਂ ਫੁੱਲਿਆ ਫਿਰੇ ਗੁਰੂ ਘਰ ਆ ਕੇ ਵੀ ਮੈਂ ਪਤਾ ਨਹੀਂ ਕੀ ਹੈਗਾ ਜੀ, ਇਹ ਤੋਂ ਦੀ ਭੁੱਲ ਹੈਗੀ ਹੈ ਨਾ ਜੀ। ਇੱਥੇ ਤੇ ਨਿਮਰਤਾ ਵਾਲੇ ਨੂੰ ਫਲ ਮਿਲਦਾ, ਪ੍ਰੇਮ ਵਾਲੇ ਨੂੰ ਫਲ ਮਿਲਦਾ, ਨਿਮਰਤਾ ਵਾਲੇ ਨੂੰ ਫਲ ਮਿਲਦਾ। ਰੱਖ ਕੇ ਵੇਖ ਲਓ, ਫਲਾਂ ਨਾਲ ਭਰ ਜਾਓਗੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ ਤੇ ਨਿਮਰਤਾ ਪ੍ਰੇਮ ਸਾਡੇ ਹਿਰਦਿਆਂ ਵਿੱਚ ਵਸੇ। ਆਓ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਦਾਸ ਖਿਮਾ ਮੰਗੇਗਾ। ਪਿਆਰ ਨਾਲ ਗੱਜ ਕੇ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ। ਇਹਦੇ ਤੋਂ ਅੱਗੇ ਕਿਵੇਂ ਮਹਾਰਾਜ ਨੂੰ ਆਪਣਾ ਉਹ ਗੁਰੂ ਧਾਰਨ ਕਰਦੇ ਆ ਬਾਬਾ ਅਮਰਦਾਸ ਜੀ, ਇਹ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।